ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਬੈਠੇ ਸਭਾ ਮਹਿ, ਸ਼੍ਰੀ ਸਤਿਗੁਰ ਹਰਿ ਰਾਏ। ਸੰਗਤ ਦਰਸ਼ਨ ਕੋ ਕਰੈ, ਮਨ ਵਾਂਛਤ ਫਲ ਪਾਏ। ਇੱਕ ਦਿਨ ਬੈਠੇ ਸਭਾ ਮਹਿ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬਾਣੀ ਪੁਰਸ਼ ਪੁਰਸ਼ੋਤਮ, ਗੁਰਬਾਣੀ ਸਿਉ ਚਿਤ ਲਾਵੈ ਗੋ। ਗੁਰ ਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਬਾਣੀ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸੰਗਤ ਜੀਓ। ਸਤਿਗੁਰੂ ਜੀ ਨੇ ਦਇਆ ਮਾਇਆ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਸਾਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ, ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਂ ਬਖਸ਼ਿਸ਼ ਹੋਇਆ ਹੈ। ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਪ੍ਰੇਮ ਜਿਹੜਾ ਹੈ ਉਹ ਬਹੁਤ ਮਹਾਨ ਹੈ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇੱਕ ਦਿਨ ਪ੍ਰੇਮੀ ਸਿੱਖ ਉਹਨਾਂ ਦੇ ਕੋਲ ਬੈਠ ਕੇ ਕਹਿਣ ਲੱਗੇ, ਮਹਾਂਪੁਰਖੋ, ਆਪ ਜੀ ਦੀ ਤਤ ਬੁੱਧੀ ਹੈ, ਆਪ ਦੱਸੋ ਸਾਨੂੰ ਵੀ ਪ੍ਰੇਮ ਦੇ ਅਰਥ ਕੀ ਹਨ। ਕਿਉਂਕਿ ਬੜੇ ਬੜੇ ਕੋਸ਼ਾਂ ਦੇ ਵਿੱਚ ਬੜੇ ਬੜੇ ਵਿਦਵਾਨਾਂ ਨੇ ਪ੍ਰੇਮ ਦੇ ਅਰਥ ਕੀਤੇ ਹਨ। ਆਪ ਦੱਸੋ ਸਾਨੂੰ, ਤੁਸੀਂ ਅਨੁਭਵੀ ਪੁਰਸ਼ ਹੋ, ਪ੍ਰੇਮ ਦੇ ਅਰਥ ਕੀ ਹਨ। ਤਾਂ ਗੁਰਮੁਖੋ ਮਹਾਂਪੁਰਖਾਂ ਨੇ ਇਸ ਗੱਲ ਦੀ ਸੋਝੀ ਪਾਈ, ਪ੍ਰੇਮ ਜਿੱਥੇ ਪਰੇ ਮੈਂ ਹੋ ਜਾਵੇ ਉੱਥੇ ਪ੍ਰੇਮ ਹੁੰਦਾ ਹੈ। ਪਰੇ ਮੈਂ ਭਾਵ ਜਿੱਥੇ ਮੈਂ ਪਰਾਂ ਹੋ ਜਾਵੇ, ਪਾਸੇ ਹਟ ਜਾਵੇ, ਮੈਂ ਦੂਰ ਹੋ ਜਾਵੇ, ਸਾਧ ਸੰਗਤ ਦੀ ਉਸ ਅਵਸਥਾ ਨੂੰ ਪ੍ਰੇਮ ਦੀ ਅਵਸਥਾ ਕਹਿੰਦੇ ਹਨ। ਇਹ ਪ੍ਰੇਮ ਦੀ ਅਵਸਥਾ ਗੁਰੂ ਘਰ ਵਿੱਚ ਬੜੀ ਸਵੀਕਾਰੀ ਗਈ ਹੈ, ਬੜੀ ਵੱਡੀ ਮੰਨੀ ਗਈ ਹੈ। ਪ੍ਰੇਮ ਦੀ ਅਵਸਥਾ ਮਾਈ ਤਾਬੋ ਦੇ ਪ੍ਰੇਮ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਉਹਦੇ ਕੋਲ ਜਾ ਕੇ ਪ੍ਰਸ਼ਾਦਾ ਛਕਦੇ ਹਨ। ਫਿਰ ਮਹਾਰਾਜ ਸਤਿਗੁਰੂ ਦੱਸਦੇ ਆ ਗੁਰਸਿੱਖਾਂ ਨੂੰ, ਭਾਈ ਇਹ ਸਾਡਾ ਆਦਿ ਜੁਗਾਦੀ ਸੁਭਾਅ ਹੈ, ਜਿੱਥੇ ਅਸੀਂ ਪ੍ਰੇਮ ਦੇਖੀਏ ਉੱਥੇ ਅਸੀਂ ਮਰਜ਼ਾਦਾ ਵੀ ਪਿੱਛੇ ਛੱਡ ਦਿੰਦੇ ਹਾਂ, ਪ੍ਰੇਮ ਨੂੰ ਸਵੀਕਾਰ ਕਰਦੇ ਹਾਂ, ਪ੍ਰੇਮ ਨੂੰ ਮੁੱਖ ਰੱਖਦੇ ਹਾਂ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੱਲ੍ਹ ਦੇ ਦਿਨ, ਕੱਲ੍ਹ ਦੀ ਕਥਾ ਦੇ ਦੌਰਾਨ ਆਪਾਂ ਨੇ ਸਰਵਣ ਕੀਤੇ ਸਨ। ਮਹਾਰਾਜ ਨੇ ਪੁਰਾਣੀਆਂ ਉਦਾਹਰਣਾਂ ਵੀ ਦਿੱਤੀਆਂ ਵੀ ਪ੍ਰੇਮ ਕਰਕੇ ਹੀ ਪਰਮੇਸ਼ਰ ਨੇ ਆਪ ਸਰਗੁਣ ਰੂਪ ਧਾਰਨ ਕਰਕੇ ਧੰਨੇ ਦੀ ਲੱਸੀ ਪੀਤੀ ਸੀ। ਪ੍ਰੇਮ ਕਰਕੇ ਹੀ ਪਰਮੇਸ਼ਰ ਜੀ ਨੇ ਸਰਗੁਣ ਰੂਪ ਧਾਰਨ ਕਰਕੇ ਨਾਮਦੇਵ ਜੀ ਦੇ ਹੱਥਾਂ ਤਾਈਂ ਦੁੱਧ ਪੀਤਾ ਸੀ। ਸਾਧ ਸੰਗਤ ਜੀ, ਪ੍ਰੇਮ ਕਰਕੇ ਹੀ ਕਹਿਣ ਲੱਗੇ ਬਿਦਰ ਦੇ ਘਰੋਂ ਅਲੂਣਾ ਸਾਗ ਖਾਧਾ ਸੀ। ਫਿਰ ਪ੍ਰੇਮ ਕਰਕੇ ਹੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਭੇਲਣੀ ਦੇ ਮੁਖ ਦੇ ਜੂਠੇ ਬੇਰ ਖਾਧੇ ਸਨ। ਪ੍ਰੇਮ ਵੱਡਾ ਗੁਰਮੁਖੋ, ਗੁਰੂ ਘਰ ਵਿੱਚ ਪ੍ਰੇਮ ਵੱਡਾ ਹੈ।
ਔਰ ਬੇਅੰਤ ਪ੍ਰਮਾਣ ਮੇਰੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਪ੍ਰੇਮ ਦੇ ਮਿਲਦੇ ਹਨ। ਪ੍ਰੇਮ ਠਗੌਰੀ ਪਾਏ ਰਿਝਾਏ, ਗੋਬਿੰਦ ਮਨ ਮੋਹਿਆ ਜੀਓ। ਪ੍ਰੇਮ ਕਰਕੇ ਜਿਹਨੂੰ ਗੁਰਬਾਣੀ ਚ ਪ੍ਰੀਤ ਵੀ ਲਿਖਿਆ ਹੈ, ਮੇਰੀ ਪ੍ਰੀਤ ਗੋਬਿੰਦ ਸਿਓ ਜਿਣ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਇਹ ਪ੍ਰੀਤ ਗੁਰਮੁਖੋਂ ਸੌਖੀ ਨਹੀਂ ਮਿਲਦੀ, ਇਹ ਪ੍ਰੇਮ ਦੀ ਦਾਤ ਸੌਖੀ ਨਹੀਂ ਮਿਲਦੀ। ਇਹਨੂੰ ਨੇਹੋਂ ਵੀ ਲਿਖਿਆ ਬਾਣੀ ਵਿੱਚ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣਾ। ਜਦੋਂ ਮਹਾਰਾਜ ਕਿਰਪਾ ਕਰਦੇ ਆ ਸਾਧ ਸੰਗਤ ਜੀ, ਗੁਰਸਿੱਖਾਂ ਨੂੰ ਫਿਰ ਮਹਾਰਾਜ ਪ੍ਰੇਮ ਦੀ ਅਵਸਥਾ ਬਖਸ਼ਿਸ਼ ਕਰਦੇ ਹਨ। ਜਿੱਥੇ ਮੈਂ ਪਰਾਂ ਹੋ ਜਾਂਦੀ ਹੈ, ਕੇਵਲ ਤੂੰ ਹੀ ਰਹਿ ਜਾਂਦਾ ਹੈ। ਤੂੰ ਕਰਤਾ, ਤੂੰ ਹੁਆ, ਮੁਝ ਮੇਂ ਰਹਾ ਨਾ ਹੂ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂ। ਸੋ ਮਹਾਰਾਜ ਸਤਿਗੁਰਾਂ ਨੇ ਅਕਥ ਕਹਾਣੀ ਪ੍ਰੇਮ ਕੀ, ਪ੍ਰੇਮ ਦੀ ਕਹਾਣੀ ਦੱਸੀ ਹੈ। ਗੁਰਮੁਖੋ ਇਹ ਗੱਲਾਂ ਬੋਲਣ ਵਿੱਚ ਨਹੀਂ ਆਉਂਦੀਆਂ, ਇਹਨਾਂ ਗੱਲਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਮਹਾਰਾਜ ਆਪ ਦੇ ਪ੍ਰੇਮ ਦੀ ਦਾਤ ਬਖਸ਼ਿਸ਼ ਕਰਦੇ ਆ, ਗੁਰਮੁਖੋ ਦਿਨ ਰਾਤ ਫਿਰ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦੇ ਆ, ਜੋੜੀ ਰੱਖਦੇ। ਅੱਗੇ ਜਾ ਕੇ ਭਾਈ ਗੋਂਦਾ ਜੀ ਦੀ ਸਾਖੀ ਆਏਗੀ। ਹੁਣ ਆਪਾਂ ਮਹਾਰਾਜ ਸਤਿਗੁਰੂ ਜੀ ਦਾ ਇਤਿਹਾਸ ਅੱਗੋਂ ਸਰਵਣ ਕਰੀਏ। ਸਤਿਗੁਰੂ ਜੀ ਗੁਰਸਿੱਖਾਂ ਨੂੰ ਪ੍ਰੇਮ ਦੀ ਕਥਾ ਸੁਣਾ ਕੇ ਅੱਗੇ ਸ਼ਿਕਾਰ ਖੇਡਣ ਵਾਸਤੇ ਗਏ। ਉਸ ਦਿਨ ਇੱਕ ਹਿਰਨ ਨੂੰ ਮਹਾਰਾਜ ਸਤਿਗੁਰਾਂ ਨੇ ਜਿਉਂਦੇ ਨੂੰ ਪਕੜਿਆ। ਹਿਰਨ ਵੀ ਉਹ ਭਾਗਾਂ ਵਾਲਾ ਹੋਏਗਾ ਜਿਹਨੂੰ ਸਤਿਗੁਰਾਂ ਨੇ ਪਕੜਿਆ। ਸਾਧ ਸੰਗਤ ਜੀ, ਹੁਣ ਅੱਗੋਂ ਆਪਾਂ ਸਤਿਗੁਰਾਂ ਦੀ ਇਸ ਅਕਥ ਕਥਾ ਨੂੰ, ਇਸ ਮਹਾਨ ਕਥਾ ਨੂੰ, ਇਸ ਪ੍ਰੇਮਮਈ ਕਥਾ ਨੂੰ ਸਰਵਣ ਕਰੀਏ। ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਬੈਠੇ ਸਭਾ ਮੈਂ, ਸ੍ਰੀ ਸਤਿਗੁਰ ਹਰਿ ਰਾਏ। ਧੰਨ ਸਤਿਗੁਰੂ ਗਰੀਬ ਨਵਾਜ ਜੰਤਰ ਜਾਮੀ, ਸਤਵੇਂ ਪਾਤਸ਼ਾਹ ਸਪਤਮ ਮਹਿਲ ਅਗਮ ਹਰਿ ਰਾਇਆ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਸਤਿਗੁਰੂ ਜੀ ਸਭਾ ਵਿੱਚ ਸੰਗਤ ਵਿੱਚ ਬੈਠੇ ਹਨ। ਸੰਗਤ ਦਰਸ਼ਨ ਕੋ ਕਰੈ, ਮਨ ਬਾਂਛਤ ਫਲ ਪਾਏ। ਗੁਰੂ ਕੀ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋ ਰਹੀ ਹੈ। ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਇੱਛਤ ਫਲ ਪ੍ਰਾਪਤ ਕਰ ਰਹੀ ਹੈ। ਦੇਸ਼ ਵਿਦੇਸ਼ ਤੋਂ ਕੀਰਤਪੁਰ ਸਾਹਿਬ ਪ੍ਰੇਮੀ ਸਿੱਖ ਪਹੁੰਚ ਰਹੇ ਹਨ। ਮਹਾਰਾਜ ਸਤਿਗੁਰਾਂ ਦੇ ਦਰਸ਼ਨਾਂ ਨਾਲ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ। ਹਾਂਜੀ। ਸਵਈਆ ਛੰਦ ਇਕ ਸਿੱਖ ਹਾਥ ਜੋਰ ਕਰ ਬੋਲਿਓ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸੱਜੇ ਹਨ। ਇੱਕ ਗੁਰੂ ਕਾ ਪਿਆਰਾ ਸਿੱਖ ਹੱਥ ਜੋੜ ਕੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ ਹੈ। ਸ੍ਰੀ ਸਤਿਗੁਰ ਤੁਮ ਨਾਥ ਅਨਾਥ। ਹੇ ਗਰੀਬ ਨਵਾਜ, ਹੇ ਸਤਿਗੁਰੂ ਜੀ ਮਹਾਰਾਜ, ਜਿਨ੍ਹਾਂ ਦਾ ਕੋਈ ਵੀ ਨਹੀਂ, ਜਿਹੜੇ ਅਨਾਥ ਹੁੰਦੇ ਆ, ਜਿਨ੍ਹਾਂ ਦਾ ਕੋਈ ਨਾਥ ਨਹੀਂ, ਕੋਈ ਮਾਲਕ ਨਹੀਂ ਹੁੰਦਾ, ਮਹਾਰਾਜ ਆਪ ਉਹਨਾਂ ਦੇ ਨਾਥ ਹੋ, ਮਹਾਰਾਜ ਆਪ ਉਹਨਾਂ ਦੇ ਮਾਲਕ ਹੋ। ਕਿਵ ਸੇਵਾ ਰਾਵਰ ਕੀ ਕਰ ਹੈ। ਹਾਂਜੀ। ਜੇ ਨਿਰਧਨ ਸਿੱਖ ਪਾਏ ਨਾ ਆਥ। ਮਹਾਰਾਜ ਜੇ ਕੋਈ ਨਿਰਧਨ ਸਿੱਖ ਹੈ, ਉਹਦੇ ਕੋਲ ਮਾਇਆ ਨਹੀਂ ਹੈ, ਪਰ ਉਹ ਸੇਵਾ ਵੀ ਕਰਨੀ ਚਾਹੁੰਦਾ ਹੈ, ਤੇ ਸਤਿਗੁਰੂ ਗਰੀਬ ਆਦਮੀ, ਗਰੀਬ ਸਿੱਖ ਆਪ ਜੀ ਦੀ ਸੇਵਾ ਕਿਵੇਂ ਕਰ ਸਕਦਾ ਹੈ? ਪ੍ਰਸ਼ਨ ਤਾਂ ਸਾਧ ਸੰਗਤ ਜੀ ਉਸ ਸਿੱਖ ਦਾ ਠੀਕ ਹੈ ਜਿਹਨੇ ਪੁੱਛਿਆ ਮਹਾਰਾਜ ਨੂੰ, ਹੇ ਮਹਾਰਾਜ, ਹੇ ਗਰੀਬ ਨਵਾਜ, ਹੇ ਸਤਿਗੁਰੂ ਜੀ,
ਮਹਾਰਾਜ ਜਿਹਦੇ ਕੋਲ ਮਾਇਆ ਨਹੀਂ ਹੈ, ਮਹਾਰਾਜ ਉਹ ਆਪ ਜੀ ਦੀ ਸੇਵਾ ਕਿਵੇਂ ਕਰ ਸਕਦਾ ਹੈ? ਆਪ ਕਿਰਪਾ ਕਰਕੇ ਸੱਚੇ ਪਾਤਸ਼ਾਹ ਦੱਸੋ। ਹੋਏ ਦਾਰਦੀ ਕਰੇ ਜਤਨ ਭੀ, ਤਉ ਨ ਪ੍ਰਾਪਤ ਕਿਤ ਤਨ ਹਾਥ। ਵੀ ਉਹ ਯਤਨ ਵੀ ਕਰੇ, ਗਰੀਬ ਆਦਮੀ ਕੋਸ਼ਿਸ਼ ਵੀ ਕਰੇ, ਪਰ ਕੋਸ਼ਿਸ਼ ਕਰਕੇ ਵੀ ਮਾਇਆ ਹੱਥ ਨਾ ਆਵੇ, ਕੋਈ ਮਾਇਆ ਦਾ ਪ੍ਰਬੰਧ ਨਾ ਹੋਵੇ, ਪਰ ਸੇਵਾ ਕਰਨੀ ਚਾਹੁੰਦਾ ਹੋਵੇ, ਤੇ ਮਹਾਰਾਜ ਸਤਿਗੁਰੂ ਜੀ ਕਿਵੇਂ ਉਹ ਸੇਵਾ ਕਰ ਸਕਦਾ ਹੈ? ਸੋ ਕਿਆ ਕਰੈ ਪ੍ਰਸੰਨ ਕਰਨ ਕੋ, ਜਿਸ ਤੇ ਹੋਵੇ ਜਨਮ ਸਕਾਥ। ਮਹਾਰਾਜ ਉਹ ਆਪ ਜੀ ਨੂੰ ਪ੍ਰਸੰਨ ਕਰਨਾ ਚਾਹੁੰਦਾ ਹੋਵੇ, ਆਪਣਾ ਜਨਮ ਸਕਾਰਥਾ ਕਰਨਾ ਚਾਹੁੰਦਾ ਹੋਵੇ, ਪਰ ਮਹਾਰਾਜ ਉਹ ਕਿਵੇਂ ਕਰੇ ਜਨਮ ਸਕਾਰਥਾ? ਮਾਇਆ ਹੀ ਨਹੀਂ ਹੈ, ਸੇਵਾ ਹੀ ਨਹੀਂ ਕਰ ਸਕਦਾ। ਵੇਖੋ ਬਹੁਤ ਸਾਰੇ ਗਰੀਬ ਲੋਕ ਸਾਧ ਸੰਗਤ ਜੀ ਇਸੇ ਗੱਲੋਂ ਰਹਿ ਜਾਂਦੇ ਆ, ਇਹੋ ਸੋਚਦੇ ਰਹਿੰਦੇ ਵੀ ਅਸੀਂ ਕਿਵੇਂ ਸੇਵਾ ਕਰਾਂਗੇ ਮਹਾਰਾਜ ਦੇ ਘਰ ਦੀ, ਸਾਡੇ ਕੋਲ ਤਾਂ ਮਾਇਆ ਹੀ ਨਹੀਂ, ਤੇ ਸੰਸਾਰ ਹੈ, ਇੱਥੇ ਖੇਡ ਵੀ ਮਾਇਆ ਦੀ ਹੈ ਸਾਰੀ। ਮਹਾਰਾਜ ਬਾਣੀ ਚ ਕਹਿੰਦੇ ਆਥ ਹੋਏ ਤਾਂ ਮੁਗਧ ਸਿਆਣਾ, ਮਾਇਆ ਪੱਲੇ ਹੋਵੇ ਮੂਰਖ ਨੂੰ ਵੀ ਲੋਕੀ ਹੱਥ ਜੋੜਦੇ ਆ, ਉਹਨੂੰ ਵੀ ਕਹਿੰਦੇ ਇਹ ਬੜਾ ਸਿਆਣਾ ਹੈ। ਨਿਰਧਨ ਆਦਰ ਕੋਏ ਨਾ ਦੇ, ਜਿਸ ਵਿਚਾਰੇ ਕੋਲ ਮਾਇਆ ਨਹੀਂ ਹੈ ਉਹਨੂੰ ਕੋਈ ਆਦਰ ਹੀ ਨਹੀਂ ਦਿੰਦਾ। ਤੇ ਦਸਵੇਂ ਪਾਤਸ਼ਾਹ ਦਾ ਬਚਨ ਹੈ, ਮਹਾਰਾਜ ਕਹਿੰਦੇ ਧੰਨ 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 ਕੋ ਭਾਖੀਐ ਸਭ ਜਗ ਜਾ ਕਾ ਗੁਲਾਮ। ਕਹਿੰਦੇ ਮਾਇਆ ਦੇ ਸਾਰੇ ਗੁਲਾਮ ਨੇ, ਮਾਇਆ ਵੀ ਧੰਤਾ ਜੋਗ ਹੀ ਹੈ, ਕਹਿੰਦੇ ਸਾਰਿਆਂ ਨੂੰ ਆਪਣੇ ਮਗਰ ਲਾਇਆ ਇਹਨੇ। ਸੋ ਕਹਿਣ ਲੱਗਾ ਸਿੱਖ ਕਹਿੰਦਾ ਮਹਾਰਾਜ ਪੈਸੇ ਹੋਣ ਹੀ ਨਾ, ਮਾਇਆ ਹੋਵੇ ਹੀ ਨਾ, ਯਤਨ ਕਰਨ ਤੇ ਵੀ ਮਾਇਆ ਨਾ ਮਿਲੇ, ਪਰ ਸੇਵਾ ਕਰਨ ਨੂੰ ਜੀ ਕਰੇ ਤਾਂ ਕੀ ਕੀਤਾ ਜਾਵੇ? ਸ਼੍ਰੀ ਹਰਿ ਰਾਏ ਸਭਾ ਮਹਿ ਬੋਲੇ, ਮੋਹ ਸੋ ਪ੍ਰੇਮ ਕਰਤ ਸਿੱਖ ਦਾਸ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਫਿਰ ਸਭਾ ਵਿੱਚ ਬਚਨ ਕਰਦੇ ਆ। ਮਹਾਰਾਜ ਕਹਿਣ ਲੱਗੇ ਭਾਈ ਪਿਆਰਿਓ, ਜਿਹੜਾ ਸਿੱਖ ਸਾਡੇ ਨਾਲ ਪ੍ਰੇਮ ਕਰਦਾ ਹੈ, ਹਾਂਜੀ, ਸੋ ਮੁਝ ਕੋ ਪ੍ਰੇ ਨਿਸ ਦਿਨ ਸਿਮਰੈ, ਜਿਨ ਕੈ ਉਰ ਮੈਂ ਸ਼ਬਦ ਪ੍ਰਕਾਸ਼। ਮਹਾਰਾਜ ਕਹਿਣ ਲੱਗੇ ਉਹ ਸਾਨੂੰ ਬੜਾ ਪਿਆਰਾ ਹੈ, ਕਿਉਂਕਿ ਪ੍ਰੇਮ ਜਿਹੜਾ ਉਹ ਪੈਸੇ ਕਰਕੇ ਤਾਂ ਨਹੀਂ ਨਾ ਹੈ ਸਾਰਾ। ਜਿਹੜਾ ਸਾਨੂੰ ਪ੍ਰੇਮ ਕਰੇ, ਦਿਨ ਰਾਤ ਚੇਤੇ ਕਰੇ, ਮਹਾਰਾਜ ਕਹਿੰਦੇ ਉਹ ਸਾਨੂੰ ਬਹੁਤ ਪਿਆਰਾ ਲੱਗਦਾ ਸਿੱਖ। ਔਰ ਮਹਾਰਾਜ ਦਾ ਇਹ ਵੀ ਬਚਨ ਸੱਚੇ ਪਾਤਸ਼ਾਹ ਕਹਿੰਦੇ ਜਿਨ ਕੇ ਉਰਮੈ ਸ਼ਬਦ ਪ੍ਰਕਾਸ਼। ਭਾਈ ਜਿਨ੍ਹਾਂ ਪ੍ਰੇਮੀਆਂ ਦੇ ਮਨ ਵਿੱਚ ਵਾਹਿਗੁਰੂ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਵਸ ਗਿਆ, ਜਿਹੜੇ ਜਪਦੇ ਆ, ਹੁਣ ਉਹਦੀ ਖੇਡ ਤਾਂ ਮਾਇਆ ਕਰਕੇ ਨਹੀਂ ਨਾ ਹੈ ਸਾਧ ਸੰਗਤ। ਹਾਂਜੀ, ਅੰਨ ਦਰਬ ਧਰ ਸ਼ਰਦਾ ਅਰਪੈ, ਤਿਨ ਕੇ ਦਾਰਦ ਹੋਤ ਬਿਨਾਸ਼। ਮਹਾਰਾਜ ਸਤਿਗੁਰੂ ਕਹਿਣ ਲੱਗੇ ਜੇ ਮਾਇਆ ਨਹੀਂ ਹੈ, ਉਹ ਪ੍ਰੇਮ ਨਾਲ ਅੰਨ ਹੀ ਭੇਟਾ ਕਰ ਦੇਣ, ਅੰਨ ਹੀ ਭੇਟਾ ਕਰ ਦੇਣ। ਹੋਏਗਾ ਕੀ? ਕਰਨ ਸ਼ਰਧਾ ਦੇ ਨਾਲ। ਮਹਾਰਾਜ ਕਹਿਣ ਲੱਗੇ ਉਹਨਾਂ ਦੇ ਘਰ ਦੀ ਗਰੀਬੀ ਦੂਰ ਹੋ ਜਾਏਗੀ, ਤੇ ਜਦੋਂ ਗਰੀਬੀ ਦੂਰ ਹੋ ਗਈ ਮਾਇਆ ਵੀ ਆਪੇ ਆਉਣ ਲੱਗ ਪੈਣੀ ਹੈ। ਫਿਰ ਮਾਇਆ ਦਾ ਪ੍ਰਬੰਧ ਨਹੀਂ ਹੁੰਦਾ, ਗਰੀਬੀ ਕਰਕੇ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਗਰੀਬੀ ਦੂਰ ਹੋ ਜਾਣੀ ਹੈ। ਕਿਵੇਂ? ਮਹਾਰਾਜ ਕਹਿੰਦੇ ਭਾਵੇਂ ਥੋੜਾ ਜਿਹਾ ਅੰਨ ਭੇਟਾ ਕਰ ਦਵੇ, ਅੰਨ ਤਾਂ ਹੁੰਦਾ ਹੀ ਆ ਨਾ, ਅੰਨ ਤਾਂ ਬੰਦਾ ਛਕਦਾ ਹੀ ਹੈ। ਅੰਨ ਵਿੱਚ ਦਾਣੇ ਵੀ ਆਉਂਦੇ ਆ, ਸਬਜ਼ੀਆਂ ਵੀ ਆ ਜਾਂਦੀਆਂ, ਫਲ ਵੀ ਆ ਜਾਂਦੇ ਆ,
ਕੁਝ ਪ੍ਰੇਮ ਨਾ ਭੇਟਾ ਕਰਦੇ। ਨਹੀਂ ਲੱਖ ਰੁਪਈਆ ਹੈਗਾ, ਮਹਾਰਾਜ ਕਿਹੜਾ ਲੱਖ ਮੰਗਣ ਦੇ ਆ। ਭਾਈ ਗੁਰਦਾਸ ਜੀ ਤੇ ਇੱਥੋਂ ਤੱਕ ਕਹਿੰਦੇ ਆ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਭਾਵਨਾ ਦੇ ਨਾਲ ਪੂਰੀ ਕੌਡੀ ਨਹੀਂ, ਕੌਡੀ ਦਾ ਅਗਲਾ ਹਿੱਸਾ ਕੋਈ ਗੁਰੂ ਅੱਗੇ ਰੱਖ ਦਵੇ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਅੰਨ ਭੇਟਾ ਕਰ ਦਿਓ, ਪ੍ਰੇਮ ਨਾਲ, ਸ਼ਰਧਾ ਨਾਲ। ਹੁਣ ਇਹ ਹੌਲੀ ਹੌਲੀ ਸਾਰਾ ਕੁਝ ਮੁੱਕਦਾ ਜਾਂਦਾ। ਮੈਂ ਆਪ ਵੇਖਦਾ ਰਿਹਾ ਵੀ ਸਵੇਰੇ ਸਵੇਰੇ ਮਾਈਆਂ ਨੇ ਦਰਸ਼ਨ ਕਰਨ ਵਾਸਤੇ ਆਉਣਾ ਤੇ ਕੌਲੀ 'ਚ ਆਟਾ ਪਾ ਕੇ ਲੈ ਕੇ ਆਉਣਾ। ਪਿੰਡਾਂ 'ਚ ਹੁਣ ਵੀ ਇੰਜ ਤੇ ਕੌਲੀ 'ਚ ਜਿਨ੍ਹਾਂ ਦਾ ਸਰਦੇ ਪੁੱਜਦਾ ਵਾ ਉਹ ਥਾਲ 'ਚ ਲੈ ਆਉਂਦੇ ਸੀ, ਪਲੇਟ 'ਚ ਲੈ ਆਉਂਦੇ ਸੀ, ਕੋਈ ਗਲਾਸ 'ਚ ਆਟਾ ਲੈ ਕੇ ਆਉਂਦਾ ਸੀ। ਤੇ ਗੁਰਦੁਆਰੇ ਡਰਮੀ ਲੱਗੀ ਹੋਣੀ, ਉਹ ਲੰਗਰ ਵਿੱਚ ਕੌਲੀ ਰੋਜ਼ ਆਟਾ ਪਾਉਣਾ। ਸਾਧ ਸੰਗਤ ਜੀ, ਬਿਨ ਨਾਗਾ ਕਈਆਂ ਮਾਤਾਵਾਂ ਦਾ, ਬੀਬੀਆਂ ਦਾ ਹੁਣ ਵੀ ਨੇਮ ਹੈ ਪਿੰਡਾਂ ਵਿੱਚ। ਉਹ ਪਿਆਰ ਨਾਲ ਖਾਲੀ ਹੱਥ ਨਹੀਂ ਦਰਸ਼ਨ ਕਰਦੇ ਪ੍ਰੇਮੀ, ਉਹ ਕੌਲੀ ਆਟਾ ਹੀ ਲੈ ਕੇ ਆ ਜਾਂਦੇ, ਪਰ ਅੰਨ ਲੈ ਕੇ ਆਉਂਦੇ ਆ, ਕੁਛ ਲੈ ਕੇ ਆਉਂਦੇ ਆ। ਇਹ ਬੜਾ ਸਿਧਾਂਤ ਸੀ। ਹਾਂਜੀ, ਇਸ ਪਰ ਇੱਕ ਇਤਿਹਾਸ ਸੁਨੀਜੈ, ਭਇਓ ਜਥਾ ਔਰ ਧਾਰੋ ਤਰਾਸ। ਮਹਾਰਾਜ ਕਹਿਣ ਲੱਗੇ ਅੰਨ ਹੀ ਚੜਾ ਦਿਓ, ਥੋੜਾ ਜਿਹਾ ਹੀ ਅੰਨ ਚੜਾ ਦਿਓ, ਗਰੀਬੀ ਦੂਰ ਹੋਏਗੀ। ਨਹੀਂ ਮਾਇਆ ਹੈ ਤਾਂ ਸਤਿਗੁਰੂ ਕਹਿੰਦੇ ਇਹਦੇ ਉੱਤੇ ਇੱਕ ਕਥਾ ਹੈ, ਇਤਿਹਾਸ ਦੀ ਕਥਾ ਹੈ। ਉਹ ਭਾਈ ਸੁਣੋ ਤੇ ਸੁਣ ਕੇ ਉਹਦੀ ਕਮਾਈ ਕਰਨੀ ਸ਼ੁਰੂ ਕਰ ਦਿਓ, ਉਂਝ ਹੀ ਕਰਨਾ ਸ਼ੁਰੂ ਕਰ ਦਿਓ। ਇਕ ਪੁਰ ਮੈਂ ਸਿੱਖ ਬਸਹਿ ਸੁਨਿਰ ਧਨ, ਅੰਨ ਦਰਬ ਘਰ ਮੈਂ ਕੁਛ ਨਾਹੇ। ਇੱਕ ਪਿੰਡ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਇੱਕ ਗਰੀਬ ਸਿੱਖ ਰਹਿੰਦਾ ਸੀ। ਉਹਦੇ ਘਰ ਵਿੱਚ ਅੰਨ ਵੀ ਨਹੀਂ ਸੀ ਹੁੰਦਾ ਤੇ ਦਰਬ ਮਾਇਆ ਵੀ ਨਹੀਂ ਸੀ ਹੁੰਦੀ, ਕੁਝ ਵੀ ਨਹੀਂ ਸੀ ਉਹਦੇ ਘਰ ਵਿੱਚ ਹੁੰਦਾ। ਨੀਠ ਨੀਠ ਕਰ ਉਦਰ ਪੂਰਨਾ, ਤਾਰਦ ਕੋ ਦੁਖ ਸਦਾ ਸਹਾਹੇ। ਸਦਾ ਗਰੀਬੀ ਦਾ ਦੁੱਖ ਸਹਿੰਦਾ ਸੀ। ਗਰੀਬੀ ਦਾ ਬੜਾ ਵੱਡਾ ਦੁੱਖ ਹੈ ਵਾਹਿਗੁਰੂ, ਬਹੁਤ ਵੱਡਾ ਗਰੀਬੀ ਦਾ ਦੁੱਖ। ਜੇ ਦੁੱਖ ਗੁਰਮੁਖੋ ਬੰਦੇ ਦੀਆਂ ਚਾਂਗਰਾਂ ਕਢਾ ਦਿੰਦਾ। ਗਰੀਬੀ ਦਾ ਦੁੱਖ ਮਾਫ ਕਰਿਓ, ਗਰੀਬੀ ਤਾਂ ਦਾ ਦੁੱਖ ਏਡਾ ਵੱਡਾ ਹੈ, ਇਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ। ਸਾਧ ਸੰਗਤ ਜੀ, ਵੀ ਇਹ ਤਾਂ ਬੰਦਾ ਹੀ ਨਹੀਂ ਹੈਗਾ, ਇਹਦੀ ਤਾਂ ਗਿਣਤੀ ਨਹੀਂ ਹੈਗੀ ਬੰਦਿਆਂ 'ਚ। ਮਹਾਰਾਜ ਕਹਿੰਦੇ ਉਹ ਗਰੀਬੀ ਦਾ ਬੜਾ ਦੁੱਖ ਸਹਿੰਦਾ ਸੀ। ਦਿਹਾੜੀ ਦੱਫਾ ਕਰਨਾ, ਮਸਾਂ ਮਸਾਂ ਕਿਤੋਂ ਮਾਇਆ ਮਿਲਣੀ ਉਹਨੂੰ। ਹਾਂਜੀ, ਚਿਰਾ ਚਿਰੀ ਜੋ ਰਾਤ ਇਸ ਗ੍ਰਹਿ ਰਹਿ, ਪ੍ਰਥਮ ਜਨਮ ਸਿੱਖ ਸਿੱਖਨੀ ਆਹੇ। ਉਹਦੇ ਘਰ ਵਿੱਚ ਆਲਣਾ ਸੀ, ਆਲਣਾ। ਕੱਚੇ ਘਰ ਹੁੰਦੇ ਸਨ, ਕੱਚੇ ਘਰਾਂ ਵਿੱਚ ਗੁਰਮੁਖੋ ਆਲਣੇ ਹੁੰਦੇ ਸਨ। ਮਹਾਰਾਜ ਕਹਿੰਦੇ ਉਸ ਆਲਣੇ ਦੇ ਵਿੱਚ ਇੱਕ ਚਿੜਾ ਤੇ ਚਿੜੀ, ਉਹ ਜੋੜਾ ਰਹਿੰਦਾ ਸੀ। ਸਹਿਤ ਗਿਆਨ ਕੇ ਗੁਰੂ ਮਹਾਤਮ, ਕਿਸੂ ਕਰਮ ਤੇ ਖਗ ਤਨ ਵਾਹੇ। ਉਹ ਚਿੜਾ ਤੇ ਚਿੜੀ ਗੁਰੂ ਹਰਿ ਰਾਏ ਸਾਹਿਬ ਕਹਿੰਦੇ ਉਹ ਪਿਛਲੇ ਜਨਮਾਂ ਦੇ ਸਿੱਖ ਸਨ, ਔਰ ਗਿਆਨ ਸਹਿਤ ਉਹਨਾਂ ਦੀ ਅਵਸਥਾ ਸੀ। ਕਿਸੇ ਪੁਰਾਣੇ ਕਰਮ ਕਰਕੇ ਪੰਛੀ ਦਾ ਸਰੀਰ ਭੋਗ ਰਹੇ ਸਨ, ਪਰ ਉਹਨਾਂ ਨੂੰ ਗਿਆਨ ਸਾਰਾ ਸੀ। ਜੋ ਪਿਛਲੇ ਜਨਮ ਚ ਭੁੱਲ ਹੋ ਗਈ ਉਹਦਾ ਵੀ, ਪਿਛਲੇ ਜਨਮ ਦਾ ਵੀ ਉਹਨਾਂ ਨੂੰ ਗਿਆਨ ਸੀ। ਹਾਂਜੀ, ਨਿਰਧਨ ਆਪਦਾ ਤਿਸਕੇ ਦੇਖਤ, ਅਤ ਚਿੰਤਾ ਚਿਤ ਮਹਿ ਬਿਲ ਖਾਏ। ਮਹਾਰਾਜ ਕਹਿਣ ਲੱਗੇ ਉਹ ਚਿੜਾ ਤੇ ਚਿੜੀ ਉਸ ਸਿੱਖ ਨੂੰ ਵੇਖਿਆ ਕਰਨ ਵੀ ਇਹ ਬੜਾ ਗਰੀਬ ਹੈ, ਮਾਇਆ ਨਹੀਂ ਹੈ,
ਵੇਖ ਵੇਖ ਕੇ ਚਿੜੇ ਤੇ ਚਿੜੀ ਨੂੰ ਚਿੰਤਾ ਮਹਾਰਾਜ ਕਹਿੰਦੇ ਹੋਣ ਲੱਗ ਪਈ ਵੀ ਕੋਈ ਯਤਨ ਕਰੀਏ, ਇਹਦੀ ਗਰੀਬੀ ਦੂਰ ਕਰ ਦਈਏ ਅਸੀਂ। ਹਾਂਜੀ। ਹਿਰਦੇ ਵਿਚਾਰਤ ਵਿਪਤਾ ਹਰ ਬੇ ਚਿਰਾ ਚਿਰੀ ਤਬ ਕੀ ਨ ਸਹਾਏ। ਚਿੜਾ ਤੇ ਚਿੜੀ ਮਨ ਵਿੱਚ ਸੋਚਦੇ ਦੀ ਵਿਪਤਾ ਦੂਰ ਕਰੀਏ, ਗਰੀਬੀ ਦੀ ਵਿਪਤਾ ਇਹਨੂੰ ਪਈ ਐ, ਇਹਦੀ ਵਿਪਤਾ ਦੂਰ ਕਰ ਦਈਏ। ਮਹਾਰਾਜ ਕਹਿੰਦੇ ਫਿਰ ਉਹਨਾਂ ਨੇ ਦੋਵਾਂ ਨੇ ਸਹਾਇਤਾ ਕੀਤੀ। ਤਿਸ ਗ੍ਰਹਿ ਤੇ ਲੈ ਅੰਨ ਚੁੰਚ ਭਰ ਗੁਰ ਆਹਾਰ ਮੈਂ ਆਨ ਮਿਲਾਏ। ਵੀ ਇੱਕ ਦਿਨ ਉਹ ਦਿਹਾੜੀ ਕਰਕੇ ਅੰਨ ਲੈ ਕੇ ਆਇਆ, ਅੰਨ ਲੈ ਕੇ ਆਇਆ ਤੇ ਉਹ ਅੰਨ ਗਿੱਲਾ ਮਿਲਿਆ ਉਹਨੂੰ। ਉਹਨੇ ਅੰਨ ਸੁਕਾਉਣ ਵਾਸਤੇ ਛੱਤ ਤੇ ਪਾਇਆ। ਮਹਾਰਾਜ ਕਹਿਣ ਲੱਗੇ ਚਿੜਾ ਤੇ ਚਿੜੀ ਨੇ ਸੋਚਿਆ ਕਿਉਂ ਨਾ ਇਹਦੇ ਘਰੋਂ ਅੰਨ ਜਿਹੜਾ ਉਹ ਗੁਰੂ ਕੇ ਲੰਗਰਾਂ 'ਚ ਪਾ ਦਈਏ। ਤੇ ਗੁਰਮੁਖੋ ਮਹਾਰਾਜ ਸਤਿਗੁਰੂ ਦੱਸਦੇ ਕਹਿੰਦੇ ਫਿਰ ਅੰਨ ਚੁੰਚ ਭਰ। ਚਿੜੀ ਦੀ ਚੁੰਝ 'ਚ ਕਿਤੇ ਕਿੰਨੇ ਕ ਦਾਣੇ ਆਉਣੇ ਸੀ, ਮਸਾਂ ਹੀ 5-4 ਦਾਣੇ ਆਏ ਹੋਣਗੇ, ਮਸਾਂ ਹੀ। ਇਸੇ ਤਰ੍ਹਾਂ ਚਿੜੇ ਦੀ ਚੁੰਝ 'ਚ ਵੱਧ ਤੋਂ ਵੱਧ 6-7 ਆ ਗਏ ਹੋਣਗੇ। ਉਹਨਾਂ ਉਹ ਦਾਣੇ ਭਰੇ ਤੇ ਸਤਿਗੁਰੂ ਕਹਿੰਦੇ ਜਿੱਥੇ ਲੰਗਰ ਦੇ ਦਾਣੇ ਖਿਲਾਰੇ ਸਨ ਨਾ ਗੁਰਸਿੱਖਾਂ ਨੇ, ਉਸ ਚਿੜਾ ਤੇ ਚਿੜੀ ਨੇ ਜਾ ਕੇ ਉਹ ਦਾਣੇ ਜਿਹੜੇ ਸਨ ਉਹ ਲੰਗਰ ਵਿੱਚ ਪਾ ਦਿੱਤੇ। ਕਿਤਕ ਦਿਵਸ ਮੈਂ ਭਈ ਸੰਪਦਾ ਧਨ ਅਰ ਅੰਨ ਭਇਓ ਸਮੁਦਾਏ। ਮਹਾਰਾਜ ਸਤਿਗੁਰੂ ਕਹਿੰਦੇ ਉਹ ਅੰਨ ਪੱਕਿਆ, ਉਹ ਫਿਰ ਨਾਮ ਜਪਣ ਵਾਲੇ ਗੁਰਸਿੱਖਾਂ ਦੇ ਮੁਖ ਵਿੱਚ ਗਿਆ ਉਹ ਅੰਨ। ਤੇ ਕੀ ਉਹਦਾ ਪ੍ਰਤਾਪ ਕੀ ਹੋਇਆ, ਉਹਨੂੰ ਦਿਹਾੜੀ ਤੇ ਵੀ ਕੋਈ ਨਹੀਂ ਸੀ ਖੜਦਾ ਸਿੱਖ ਨੂੰ, ਉਹਨੂੰ ਦਿਹਾੜੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਜਦੋਂ ਦਿਹਾੜੀ ਮਿਲਣੀ ਸ਼ੁਰੂ ਹੋਈ ਮਾਇਆ ਦਾ ਗੱਫਾ ਆਉਣ ਲੱਗ ਪਿਆ। ਜਦੋਂ ਮਾਇਆ ਦਾ ਗੱਫਾ ਆਉਣ ਲੱਗ ਪਿਆ ਤੇ ਅੰਨ ਵੀ ਆਉਣ ਲੱਗ ਪਿਆ। ਹਾਂਜੀ। ਘਰ ਮਿਹਨਤ ਕੋ ਆਨ ਮਜੂਰੀ ਤਿਸ ਤੇ ਅੰਨ ਲਿਆਏ ਗ੍ਰਹਿ ਮਾਹੇ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਫਿਰ ਉਹ ਮਿਹਨਤ ਕਰਕੇ ਮਜ਼ਦੂਰੀ ਕਰਕੇ ਆਪਣੇ ਘਰ ਵਿੱਚ ਅੰਨ ਲੈ ਕੇ ਆਉਣ ਲੱਗ ਪਿਆ। ਤਹ ਤੇ ਚੁੰਚ ਬਿਖੈ ਕੁਛ ਲੈ ਕਰ ਮਮ ਸੰਗਤ ਕੇ ਲੰਗਰ ਪਾਹੇ। ਤੇ ਹਰ ਰੋਜ਼ ਸ਼ੁਸ਼ਕ ਕਰਨ ਕੋ ਪਾਏ ਅਜਰ ਮਹਿ ਕੂਟਹਿ ਪੀਸਹਿ ਪੁੰਨ ਸੋ ਖਾਏ। ਵੀ ਉਸ ਦਾਣਿਆਂ ਨੂੰ ਫਿਰ ਪੁਰਾਣੇ ਸਮੇਂ ਸੁਕਾਉਣੇ ਪੈਂਦੇ ਸੀ, ਧੁੱਪ ਲਵਾਉਣੀ ਪੈਂਦੀ ਸੀ। ਤੇ ਜਦੋਂ ਉਹਨਾਂ ਧੁੱਪ ਲਵਾਉਣੀ ਤੇ ਫਿਰ ਤਹਿ ਤੇ ਚੁੰਚ ਬਿਖੈ ਕੁਛ ਲੈ ਕਰ ਮਮ ਸੰਗਤ ਕੇ ਲੰਗਰ ਪਾਹੇ। ਮਹਾਰਾਜ ਕਹਿਣ ਲੱਗੇ ਚਿੜਾ ਤੇ ਚਿੜੀ ਨੇ ਚੁੰਝ 'ਚ ਦਾਣੇ ਭਰ ਕੇ ਜਿੱਥੇ ਸੰਗਤਾਂ ਦਾ ਲੰਗਰ ਪੱਕਣਾ ਉੱਥੇ ਪਾ ਦੇਣੇ ਹੈ। ਕਿਉਂਕਿ ਚਿੜਾ ਚਿੜੀ ਵੀ ਸਿੱਖ ਸਨ ਪਿਛਲੇ ਜਨਮਾਂ ਦੇ। ਵੇਖੋ ਪਿਛਲੇ ਜਨਮਾਂ ਦੇ ਸਿੱਖ ਸਨ, ਸਿੱਖ ਦੇ ਘਰ ਹੀ ਆਲਣਾ ਮਿਲਿਆ ਫਿਰ ਉਹਨਾਂ ਨੂੰ। ਹਾਂਜੀ। ਸਿੱਖਨ ਜੁਤ ਮੈਂ ਭੋਜਨ ਕਰ ਹਾਂ ਜਾਂ ਤੇ ਭਇਓ ਪੁਨ ਅਧਿਕਾਰ। ਮਹਾਰਾਜ ਕਹਿਣ ਲੱਗੇ ਸਿੱਖਾਂ ਦੇ ਮੁਖ ਵਿੱਚ ਭੋਜਨ ਪੈਣਾ ਸ਼ੁਰੂ ਹੋ ਗਿਆ। ਉਸ ਗਰੀਬ ਸਿੱਖ ਦੇ ਘਰੋਂ ਲੰਗਰ 'ਚ ਦਾਣਾ ਪੈਣਾ ਸ਼ੁਰੂ ਹੋ ਗਿਆ। ਉਹ ਦਾਣਾ ਗੁਰਸਿੱਖਾਂ ਦੇ ਮੁਖ ਵਿੱਚ ਪੈਣਾ ਸ਼ੁਰੂ ਹੋ ਗਿਆ, ਜਿਹਦੇ ਕਰਕੇ ਚਿੜਾ ਤੇ ਚਿੜੀ ਦੇ ਪੁੰਨ ਤਾਂ ਬਣਨੇ ਹੀ ਸਨ, ਉਸ ਗਰੀਬ ਸਿੱਖ ਦੇ ਪੁੰਨ ਬਣਨੇ ਸ਼ੁਰੂ ਹੋ ਗਏ ਜੀ। ਇਹ ਬੜੀ ਵੱਡੀ ਗੱਲ ਜੇ ਗੁਰੂ ਕੇ ਲੰਗਰ ਵਿੱਚ ਰਸਦਾਂ ਹਾਜ਼ਰ ਕਰਨੀਆਂ। ਮੈਂ ਇੱਕ ਸਿੱਧੀ ਜੀ ਗੱਲ ਕਹਿ ਦੇਣਾ ਵੀ ਜੇ ਤੁਹਾਨੂੰ ਕੋਈ ਪੰਡਤ ਕਹਿ ਦੇ ਨਾ, ਪੰਡਤ ਵੀ ਸ਼ਨੀਵਾਰ ਮਾਵਾਂ ਦੀ ਦਾਲ ਜਿਹੜੀ ਆ ਉਹ ਲੰਗਰ 'ਚ ਪਾਓ, ਤੇ ਬੰਦਾ ਮਿੰਟ ਲਾਉਂਦਾ ਸ਼ਨੀਵਾਰ ਮਾਵਾਂ ਦੀ ਦਾਲ ਲੰਗਰ 'ਚ ਪਾਉਣ ਦੀ। ਛੋਲਿਆਂ ਦੀ ਦਾਲ ਲੰਗਰ 'ਚ ਪਾ ਦਿਓ ਜੀ, ਉਹ ਮਿੰਟ ਲਾਉਂਦਾ ਬੰਦਾ ਪਾਉਣ ਦੀ।
ਆ ਚੌਲ ਪਾ ਦਿਓ, ਆਟਾ ਪਾ ਦਿਓ, ਆਪਾਂ ਉਸੇ ਵੇਲੇ ਪਾ ਦਿੰਦੇ ਬੰਦੇ ਸਾਡੇ। ਪਰ ਗੁਰਮੁਖੋ ਜਦੋਂ ਗੁਰੂ ਸਾਹਿਬ ਕਹਿੰਦੇ ਆ ਤਾਂ ਫਿਰ ਉਦੋਂ ਕਿਉਂ ਨਹੀਂ ਪਾਉਂਦੇ ਆਪਾਂ? ਹੁਣ ਇਹ ਨਾ ਕਿਉਂ ਵੀ ਮੈਂ ਪੰਡਤ ਦੀ ਥਿਊਰੀ ਨੂੰ ਠੀਕ ਦੱਸ ਰਿਹਾ, ਪਰ ਚੇਤਾ ਰੱਖਿਓ ਸਿੱਖ ਦੇ ਘਰ ਵਿੱਚੋਂ ਅੰਨ ਜਿਹੜਾ ਵਾ ਉਹ ਗੁਰੂ ਕੇ ਲੰਗਰਾਂ 'ਚ ਪਏਗਾ, ਦਿਨ ਬਦਲਣਗੇ ਹੀ ਬਦਲਣਗੇ, ਬਰਕਤ ਆਏਗੀ ਆਏਗੀ। ਕਈ ਕਹਿੰਦੇ ਘਰ 'ਚ ਬਰਕਤ ਨਹੀਂ ਪੈਂਦੀ। ਬਰਕਤ ਕਿਵੇਂ ਪਵੇ ਗੁਰਮੁਖੋ? ਤੁਸੀਂ ਗੁਰੂ ਘਰ ਨੂੰ ਦਸਵੰਧ ਦਿੰਦੇ ਹੋ। ਹੁਣ ਉਹ ਸਿੱਖ ਦੇ ਘਰੋਂ ਦਸਵੰਧ ਜਾਣ ਲੱਗ ਪਿਆ। ਦਸਵੰਧ ਵੀ ਪੂਰਾ ਨਹੀਂ ਸੀ ਜਾਂਦਾ। ਉਹ ਚਿੜਿਆ ਤੇ ਚਿੜੀ ਦੀ ਚੁੰਝ 'ਚ ਜਿੰਨੇ ਕ ਦਾਣੇ ਆਉਂਦੇ ਓਨੇ ਕੀ ਜਾਂਦੇ ਐ। ਪਰ ਦਿਨ ਬਦਲਨੇ ਸ਼ੁਰੂ ਹੋਏ ਤਾਂ ਸਿੱਖ ਨੂੰ ਪਤਾ ਹੀ ਨਹੀਂ ਸੀ ਵੀ ਮੇਰੇ ਘਰੋਂ ਇਹ ਕੰਮ ਹੋ ਰਿਹਾ, ਮੇਰੇ ਘਰੋਂ ਅੰਨ ਗੁਰੂ ਘਰ ਜਾ ਰਿਹਾ। ਇਹਦਾ ਫਾਇਦਾ ਹੀ ਹੈ, ਹੋਰ ਨਹੀਂ ਤਾਂ ਮਹੀਨੇ 'ਚ ਇੱਕ ਦਿਨ ਰੱਖ ਲਓ, ਜਦੋਂ ਤੁਹਾਡੀ ਕਮਾਈ ਆਉਂਦੀ ਹੈ, ਦਸਵੰਧ ਆਉਂਦਾ ਹੈ, ਭਾਈ ਆਟੇ ਦਾ ਤੋੜਾ ਲੰਗਰ 'ਚ ਚੜਾ ਦਿਓ, ਦਾਲ ਚੜਾ ਦਿਓ, ਸਬਜ਼ੀਆਂ ਚੜਾ ਦਿਓ, ਫਾਇਦਾ ਹੀ ਹੈ। ਇਹਦਾ ਕਿੰਨਾ ਵੱਡਾ ਫਾਇਦਾ ਹੈ, ਅੰਦਾਜ਼ਾ ਲਾ ਕੇ ਦੱਸਿਆ ਨਹੀਂ ਜਾ ਸਕਦਾ ਵੀ ਇੰਨਾ ਵੱਡਾ ਫਾਇਦਾ ਹੈ। ਹੁਣ ਜਿਸ ਕੰਮ ਵਿੱਚ ਫਾਇਦਾ ਹੈ, ਜਿਸ ਕੰਮ 'ਚ ਲਾਭ ਹੈ, ਉਹ ਕੰਮ ਸਾਡੇ ਬੰਦੇ ਕਰਦੇ ਹੀ ਨਹੀਂ। ਮਹਾਰਾਜ ਕਹਿਣ ਲੱਗੇ ਉਹਦੇ ਘਰ ਵਿੱਚੋਂ ਅੰਨ ਆਉਣ ਲੱਗ ਪਿਆ। ਇਹ ਉਪਕਾਰ ਭਇਓ ਦਿਨ ਕੇਤਕ, ਭਈ ਸੰਪਦਾ ਤਿਸ ਗ੍ਰਹਿ ਆਏ। ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਥੋੜੇ ਦਿਨਾਂ ਵਿੱਚ ਉਸ ਸਿੱਖ ਦੇ ਦਿਨ ਬਦਲ ਗਏ। ਮਾਇਆ ਆ ਗਈ, ਖੁੱਲੀ ਮਾਇਆ ਉਹਦੇ ਘਰ ਆ ਗਈ। ਬਹੁ ਧਨ ਅੰਨ ਭਏ ਤਿਸ ਤੇ, ਛਪਰੀ ਤੋਰ ਆਪਨੀ ਥਾਏ। ਮਹਾਰਾਜ ਕਹਿਣ ਲੱਗੇ ਫਿਰ ਜਦੋਂ ਖੁੱਲੀ ਮਾਇਆ ਆਈ ਤਾਂ ਉਹਨੇ ਕਿਹਾ ਵੀ ਹੁਣ ਘਰ ਵੀ ਵਧੀਆ ਬਣਾਈਏ। ਉਹ ਛੱਪਰ ਜਿਹਾ ਸੀ ਜਿੱਥੇ ਰਹਿੰਦਾ ਹੁੰਦਾ ਸੀ, ਉਹਨੇ ਉਹ ਪੁਰਾਣਾ ਘਰ ਜਿਹੜਾ ਸੀ ਉਹ ਢਵਾ ਦਿੱਤਾ। ਸੁੰਦਰ ਘਰ ਚਨਾਏ ਕਰ ਕੀ ਨਸ, ਬਸੈ ਤਹਾਂ ਆਨੰਦ ਉਪਜਾਏ। ਸੋਹਣਾ ਨਵਾਂ ਘਰ, ਵੱਡਾ ਘਰ ਬਣਵਾਇਆ। ਤੇ ਜਦੋਂ ਵੱਡਾ ਘਰ, ਸੋਹਣਾ ਘਰ, ਨਵਾਂ ਘਰ ਬਣਵਾਇਆ, ਉਹਦੇ ਵਿੱਚ ਰਹਿ ਕੇ ਮਹਾਰਾਜ ਕਹਿੰਦੇ ਬੜੇ ਸੁਖ ਮਾਨਣ ਲੱਗਾ। ਚਿਰੀ ਚਿਰਾ ਤਬ ਅਪਰ ਥਾਨ ਮੈਂ, ਕੀਨ ਆਲਣਾ ਬ੍ਰਿਛ ਬਸਾਏ। ਉਹ ਚਿੜੀ ਤੇ ਚਿੜਾ ਫਿਰ ਉੱਥੋਂ ਚਲੇ ਗਏ, ਉਹਨਾਂ ਆਲਣਾ ਕਿਤੇ ਹੋਰ ਬਣਾ ਲਿਆ। ਕਿਉਂਕਿ ਪੱਕੇ ਘਰਾਂ ਵਿੱਚ ਚਿੜੀਆਂ ਚਿੜੇ ਆਲਣੇ ਨਹੀਂ ਨਾ ਬਣਾਉਂਦੇ, ਕੱਚੇ ਘਰਾਂ 'ਚ ਬਣਾਉਂਦੇ। ਪਹਿਲਾਂ ਤਾਈਓ ਪੰਛੀ ਵੇਖਦੇ ਵੀ ਹੁੰਦੇ ਸਨ, ਹੁਣ ਵੇਖਦੇ ਵੀ ਨਹੀਂ, ਨਜ਼ਰ ਵੀ ਨਹੀਂ ਆਉਂਦੇ। ਕੁਝਾਂ ਮੋਬਾਈਲਾਂ ਨੇ, ਜਿਹੜੇ ਟਾਵਰ ਨੇ, ਰੇਂਜ ਜਿਹੜੀ ਨੈਟ ਦੀ, ਇਹਨਾਂ ਨੇ ਪੰਛੀ ਨਹੀਂ ਰਹਿਣ ਦਿੱਤੇ। ਪਰ ਮੈਂ ਇੱਕ ਬੇਨਤੀ ਕਰਾਂ, ਉਹਨਾਂ ਚਿੜੀ ਚਿੜੇ ਨੂੰ ਤਾਂ ਗੁਰਮੁਖੋ ਕੋਈ ਲਾਭ ਨਹੀਂ ਸੀ, ਲਾਭ ਤਾਂ ਸਿੱਖ ਨੂੰ ਹੀ ਹੋਇਆ। ਮਹਾਰਾਜ ਬਾਣੀ ਵਿੱਚ ਪੰਛੀਆਂ ਨੂੰ ਧਨ ਲਿਖਦੇ ਆ। ਬਲਿਹਾਰੀ ਤਿੰਨ ਪੰਛੀਆਂ, ਬਾਣੀ 'ਚ ਮਹਾਰਾਜ ਪੰਛੀਆਂ ਨੂੰ ਬਲਿਹਾਰੀ ਲਿਖਦੇ ਆ। ਕਿਉਂ? ਕੱਕਰ ਚੁਗਣ, ਫਲ ਵਸਨ, ਰੱਬ ਨਾ ਛੋਡਨ ਪਾਸ। ਰੱਬ ਦਾ ਆਸਰਾ ਨਹੀਂ ਛੱਡਦੇ। ਜਿਹੜੇ ਪੰਛੀ ਨੇ ਗੁਰਮੁਖੋ, ਉਹ ਕਦੀ ਵੀ ਜੋੜ ਕੇ ਨਹੀਂ ਕੁਝ ਵੀ ਰੱਖਦੇ। ਉਹ ਓਨਾ ਹੀ ਚੁਗਦੇ ਆ ਜਿੰਨਾ ਉਹਨਾਂ ਖਾਣਾ ਹੁੰਦਾ। ਅੱਧ ਗੁੱਲਾ ਚੜੀ ਕਾ ਚੁਗਣ, ਗੈਣ ਚੜੀ ਬਿਲ ਲਾਏ। ਖਸਮੈ ਭਾਵੈ ਉਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਮਹਾਰਾਜ ਕਹਿੰਦੇ ਗੁਰਸਿੱਖਾ 60 ਪਰੌਂਠੇ ਖਾ ਕੇ ਮਹੀਨੇ ਦੇ ਐਨ ਰੱਜਦਾ ਆ ਤੂੰ, ਤੇ ਨਾਮ ਨਹੀਂ ਜਪਦਾ। ਤੇਰੇ ਨਾਲੋਂ ਤਾਂ ਉਹ ਚਿੜੀ ਚੰਗੀ ਐ
ਜਿਹੜੀ ਅੱਧਾ ਦਾਣਾ ਚੁਗਦੀ ਆ, ਉੱਤੇ ਆਕਾਸ਼ 'ਚ ਉਡਾਰੀਆਂ ਲਾਉਂਦੀ ਐ, ਪਰ ਖੁਦਾ ਖੁਦਾ ਤਾਂ ਜਪਦੀ ਐ ਨਾ। ਖੁਦਾ ਖੁਦਾ ਤਾਂ ਜਪਦੀ ਐ, ਪਰਮੇਸ਼ਰ ਦਾ ਨਾਮ ਤੇ ਜਪਦੀ ਐ ਨਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ। ਜਿਹੜੇ ਜੰਗਲ 'ਚ ਰਹਿੰਦੇ ਆ ਪੰਛੀ, ਉਹਨਾਂ ਤੋਂ ਵੀ ਬਲਿਹਾਰ ਰੱਬ ਦੇ ਆਸਰੇ ਰਹਿੰਦੇ ਆ। ਆਪਣੀ ਇੱਕ ਪੁਰਾਣੀ ਕਹਾਵਤ ਹੈ, ਕਹਿੰਦੇ ਪੱਲੇ ਕਦੀ ਨਹੀਂ ਬੰਨ੍ਹਦੇ ਪੰਛੀ ਤੇ ਦਰਵੇਸ਼। ਜਿਹੜੇ ਦਰਵੇਸ਼ ਪੁਰਸ਼ ਹੁੰਦੇ ਆ ਔਰ ਪੰਛੀ ਹੁੰਦੇ ਆ, ਇਹ ਕਦੀ ਵੀ ਪੱਲੇ ਨਹੀਂ ਕੁਝ ਬੰਨ੍ਹਦੇ। ਪੱਲੇ ਕਦੀ ਨਹੀਂ ਬੰਨ੍ਹਦੇ ਪੰਛੀ ਤੇ ਦਰਵੇਸ਼। ਜਿਨ੍ਹਾਂ ਤਕੀਆ ਰੱਬ ਦਾ ਤਿੰਨਾ ਰਿਜ਼ਕ ਹਮੇਸ਼। ਉਹਨਾਂ ਨੂੰ ਰੱਬ ਦਾ ਆਸਰਾ ਹੁੰਦਾ, ਰੱਬ ਦੇ ਆਸਰੇ ਕਰਕੇ ਫਿਰ ਉਹਨਾਂ ਨੂੰ ਰਿਜ਼ਕ ਮਿਲਦਾ। ਸਾਧ ਸੰਗਤ ਜੀ, ਉਹਨਾਂ ਨੂੰ ਮਾਇਆ ਮਿਲਦੀ ਹੈ, ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਦਰਵੇਸ਼ਾਂ ਨੂੰ ਵੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਥਾ ਸੁਣਾ ਰਹੇ ਗੁਰੂ ਹਰਿਰਾਏ ਸਾਹਿਬ। ਕਹਿੰਦੇ ਉਹ ਚਿੜੀ ਚਿੜੀ ਨੇ ਕਿਹੜਾ ਕੁਝ ਲੈਣਾ ਸੀ ਉੱਥੋਂ, ਉਹਨਾਂ ਕਿਤੇ ਹੋਰ ਆਲਣਾ ਪਾ ਲਿਆ। ਤਬ ਹੀ ਤੇ ਸੰਪਦ ਤਿਸ ਗ੍ਰਹਿ ਕੀ, ਸਨੈ ਸਨੈ ਹੋਈ ਬਿਨ ਸਾਏ। ਪਰ ਉਹਦੇ ਸਿੱਖ ਦੇ ਘਰੋਂ ਲੰਗਰ 'ਚ ਹਿੱਸਾ ਪੈਣਾ ਬੰਦ ਹੋ ਗਿਆ। ਜਦੋਂ ਹਿੱਸਾ ਪੈਣਾ ਬੰਦ ਹੋ ਗਿਆ, ਜਿਸ ਕੰਮ ਕਰਕੇ ਅਮੀਰੀ ਆਉਣੀ ਸ਼ੁਰੂ ਹੋਈ ਸੀ, ਉਹ ਕੰਮ ਬੰਦ ਹੋ ਗਿਆ। ਲੰਗਰ ਵਿੱਚੋਂ ਹਿੱਸਾ ਜਾਣਾ ਬੰਦ ਹੋ ਗਿਆ। ਤੇ ਫਿਰ ਕੀ ਸੀ, ਜਿੰਨੀ ਮਾਇਆ ਸੀ ਉਹ ਸਹਿਜੇ 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 ਮੁੱਕ ਗਈ, ਖਤਮ ਹੋ ਗਈ। ਲੰਗਰ ਅੰਸ਼ ਭਰਨ ਤੇ ਹਟ ਗਈ, ਤਿਸ ਕੋ ਫਲ ਕੈਸੇ ਪੁਨ ਪਾਏ। ਅੱਗੇ ਤਾਂ ਗੁਪਤ ਫਲ ਮਿਲਦਾ ਸੀ, ਉਹਨੂੰ ਪਤਾ ਵੀ ਨਹੀਂ ਸੀ। ਦਸਵੰਧ ਕੱਢੇ ਸਿੱਖ, ਉਹਨੂੰ ਪਤਾ ਹੀ ਨਾ ਲੱਗੇ ਵੀ ਦਸਵੰਧ ਨਿਕਲ ਗਿਆ। ਇਹਦੇ ਨਾਲ ਹਉਮੈ ਤੋਂ ਬਚਿਆ ਰਹਿੰਦਾ। ਦਸਵੰਧ ਕੱਢੇ ਪਤਾ ਹੀ ਨਾ ਲੱਗੇ, ਚੁੱਪ ਕਰਕੇ ਹੀ ਕੰਮ ਹੋ ਜੇ। ਇਹਦਾ ਬੜਾ ਵੱਡਾ ਲਾਭ ਹੈ, ਬੜਾ ਵੱਡਾ ਫਲ ਹੈ। 10,000 ਵਾਲਾ ਤੇ 1000 ਰੁਪਈਆ ਦਸਵੰਧ ਕੱਢ ਲੈਂਦਾ। 10 ਲੱਖ ਵਾਲਾ ਜਿਹੜਾ, ਉਹਦੇ ਵਾਸਤੇ ਬੜਾ ਔਖਾ ਸਾਧ ਸੰਗਤ। ਜਾਂ ਲੱਖ ਵਾਲਾ 10,000 ਕਿੱਥੋਂ ਕੱਢਦਾ, ਉਹਨੂੰ ਬੜਾ ਔਖਾ ਲੱਗਦਾ ਵੀ ਸਿੱਧਾ 10,000 ਦਸਵੰਧ ਕੱਢੀਏ। ਦਸਵੰਧ ਕੱਢਣਾ ਬੜਾ ਜ਼ਰੂਰੀ ਹੈ, ਬੜਾ ਹੀ ਜ਼ਰੂਰੀ ਹੈ। ਤੁਹਾਡੇ ਘਰੋਂ ਗੁਰੂ ਘਰ ਵਿੱਚ ਹਿੱਸਾ ਆਉਣਾ ਬਹੁਤ ਜ਼ਰੂਰੀ ਹੈ। ਮਹਾਰਾਜ ਕਹਿੰਦੇ ਉਹ ਕੰਮ ਰੁਕ ਗਿਆ ਤੇ ਬਸ ਫਿਰ ਸਹਿਜੇ ਸਹਿਜੇ ਗਰੀਬੀ ਆ ਗਈ। ਭਇਓ ਅਧੀਨਦਾਰ ਦੀ ਹੋਵੈ ਕਰ, ਆਏ ਪਰਿਓ ਹਮਰੀ ਸ਼ਰਨਾਏ। ਮਹਾਰਾਜ ਕਹਿੰਦੇ ਜਦੋਂ ਗਰੀਬ ਹੋ ਗਿਆ ਨਾ, ਐਨ ਮੁੜ ਉਹ ਹਾਲ ਹੋ ਗਿਆ। ਫਿਰ ਉਹ ਬੜਾ ਦੁਖੀ ਹੋਇਆ। ਚੇਤਾ ਰੱਖਿਓ, ਗਰੀਬ ਤੋਂ ਅਮੀਰ ਹੋ ਜੇ ਬੜਾ ਵਧੀਆ, ਪਰ ਗਰੀਬ ਤੋਂ ਅਮੀਰ ਹੋ ਕੇ ਮੁੜ ਗਰੀਬ ਜਦੋਂ ਹੋਣਾ, ਫਿਰ ਗਰੀਬੀ ਸਹਿਣੀ ਬੜੀ ਔਖੀ ਹੋ ਜਾਂਦੀ ਹੈ। ਫਿਰ ਚਾਂਗਰਾਂ ਨਿਕਲਦੀਆਂ ਬੰਦੇ ਦੀਆਂ, ਫਿਰ ਬੰਦਾ ਬੜਾ ਦੁਖੀ ਹੁੰਦਾ। ਕਿਉਂ, ਇੱਕ ਵਾਰੀ ਅਮੀਰੀ ਦਾ ਸੁੱਖ ਜੂ ਵੇਖ ਲਿਆ ਹੁੰਦਾ, ਫਿਰ ਬੜਾ ਔਖਾ ਲੱਗਦਾ ਵੀ ਇਹ ਮੇਰੇ ਨਾਲ ਕੀ ਬਣ ਗਿਆ। ਮਹਾਰਾਜ ਕਹਿੰਦੇ ਫਿਰ ਉਹ ਗਰੀਬ ਹੋਇਆ, ਸਾਡੇ ਕੋਲ ਆਇਆ। हे ਪ੍ਰਭ ਤੁਮ ਬਿਨ ਕੋਈ ਨ ਰਖਿਅਕ, ਕਰੋ ਕਿਰਪਾ ਅਬ ਬਨੋ ਸਹਾਏ। ਮਹਾਰਾਜ ਕਹਿੰਦੇ ਸਾਨੂੰ ਕਹਿਣ ਲੱਗਾ, ਹੇ ਵਾਹਿਗੁਰੂ ਜੀ, ਇਹ ਗੁਰੂ ਜੀ ਤੁਹਾਡੇ ਤੋਂ ਬਗੈਰ ਮੇਰੀ ਰਾਖੀ ਕਿਹਨੇ ਕਰਨੀ ਹੈ? ਮਹਾਰਾਜ ਮੇਰੇ ਤੇ ਕਿਰਪਾ ਕਰੋ। ਸਿੱਖ ਤੁਮਾਰੇ ਨਾਮ ਜਗਤ ਕੈ, ਇਸ ਕੀ ਲਾਜ ਆਪ ਕੋ ਹੋਏ। ਮਹਾਰਾਜ ਲੋਕ ਮੈਨੂੰ ਆਪ ਜੀ ਦਾ ਸਿੱਖ ਕਹਿੰਦੇ ਆ, ਤੇ ਵੇਖੋ ਮੇਰਾ ਕੀ ਹਾਲ ਹੋ ਗਿਆ। ਮਹਾਰਾਜ ਲਾਜ ਤਾਂ ਆਪ ਜੀ ਨੂੰ ਹੀ ਬਣ ਆਉਂਦੀ ਹੈ। ਧਾਰਤ ਦੇ ਸੰਪਤ ਬੜ ਬਿਰਦੀ, ਅਬਹਿ ਬਿਨਾਸ਼ਵਾਨ ਬਨ ਸੋਏ। ਹੇ ਮਹਾਰਾਜ ਗਰੀਬ ਨਵਾਜ, ਵੇਖੋ ਮੇਰੀ ਸੰਪਦਾ ਨਾਸ਼ ਹੋ ਗਈ। ਪਤਾ ਨਹੀਂ ਕਿਉਂ, ਕੰਮਕਾਰ ਹੀ ਬੰਦ ਹੋ ਗਏ। ਬੜੇ ਬੰਦੇ ਮਿਲਦੇ ਆ,
ਕਹਿੰਦੇ ਜੀ ਪਹਿਲਾਂ ਕੰਮਕਾਰ ਬੜਾ ਵਧੀਆ ਸੀ, ਹੁਣ ਤਾਂ ਕੰਮਕਾਰ ਹੀ ਠੱਪ ਹੋ ਗਿਆ। ਕੰਮਕਾਰ ਨਹੀਂ ਠੱਪ ਹੋਇਆ ਹੁੰਦਾ, ਬੰਦੇ ਕੋਲੋਂ ਕੋਈ ਭੁੱਲ ਹੋ ਰਹੀ ਹੁੰਦੀ। ਸਾਧ ਸੰਗਤ ਜੀ, ਭੁੱਲ ਹੋ ਰਹੀ ਹੁੰਦੀ ਹੈ। ਜਦੋਂ ਤੁਹਾਨੂੰ ਲੱਗੇ ਨਾ ਵੀ ਮੇਰਾ ਕੰਮਕਾਰ ਠੱਪ ਹੋ ਰਿਹਾ, ਉਸੇ ਵੇਲੇ ਦਾਨ ਪੁੰਨ ਹੋਰ ਵੱਧ ਕਰਨਾ ਸ਼ੁਰੂ ਕਰ ਦਿਓ। ਦਾਨ ਪੁੰਨ ਵੱਧ ਕਰਨਾ ਸ਼ੁਰੂ ਕਰ ਦਿਓ, ਲੰਗਰ 'ਚ ਹਿੱਸਾ ਪਾਉਣਾ ਹੋਰ ਵੱਧ ਸ਼ੁਰੂ ਕਰ ਦਿਓ। ਮਹਾਰਾਜ ਬੌੜੀ ਕਰਦੇ ਆ, ਕਹਿੰਦਾ ਮਹਾਰਾਜ ਮੇਰਾ ਤੇ ਸਾਰਾ ਕੁਝ ਹੀ ਨਾਸ਼ ਹੋ ਗਿਆ, ਸਾਰਾ ਕੰਮਕਾਰ ਠੱਪ ਪੈ ਗਿਆ। ਆਪਦਾ ਆਨ ਭਰੀ ਨਿਰਵਾਰੋ, ਆਸ ਸਮਰੱਥ ਜੁਤ ਅਪਰ ਨ ਕੋਈ। ਮਹਾਰਾਜ ਮੇਰੇ ਤੇ ਤਾਂ ਮੁਸ਼ਕਲ ਹੀ ਆਪ ਹੀ ਹੈ, ਕਿਰਪਾ ਕਰੋ, ਤੁਹਾਡੇ ਤੋਂ ਸਮਰੱਥ ਕੌਣ ਹੈ? ਹੇ ਗਰੀਬ ਨਵਾਜ, ਆਪ ਕਿਰਪਾ ਕਰੋ, ਮੇਰੀ ਮਦਦ ਕਰੋ। ਜਥਾ ਚਾਹੋ ਤੁਮ ਤਥਾ ਰਚੋ ਪ੍ਰਭ, ਰਾਖੋ ਕਿਸੇ ਕਿਸੇ ਦੇਹੁ ਖੋਏ। ਇਹ ਮਹਾਰਾਜ ਗਰੀਬ ਨਵਾਜ, ਜਿਵੇਂ ਤੁਸੀਂ ਚਾਹੋ ਉਵੇਂ ਹੋ ਸਕਦਾ। ਜਿਹਨੂੰ ਚਾਹੋ ਰੱਖਣਾ ਉਹਨੂੰ ਰੱਖ ਲੈਂਦੇ ਜੇ, ਜਿਹਨੂੰ ਨਾ ਚਾਹੋ ਰੱਖਣਾ ਉਹ ਨਹੀਂ ਰਹਿੰਦਾ। ਇਹ ਮਹਾਰਾਜ ਸਾਰਾ ਪਸਾਰਾ ਤੁਹਾਡਾ ਹੀ ਹੈ। ਤੁਸਾਂ ਕਿਹਾ ਧਰਤੀ ਹੋ ਜੇ, ਰਚਨਾ ਹੋ ਜਾਵੇ, ਰਚਨਾ ਹੋ ਗਈ। ਤੁਸੀਂ ਕਹੋ ਸਭ ਖਤਮ ਹੋ ਜੇ, ਸਭ ਖਤਮ ਹੋ ਜਾਏਗਾ। ਹਾਂਜੀ, ਬਿਨਤੀ ਸੁਨ ਹਮਨੇ ਸਮਝਾਇਓ, ਹੋਨ ਸੰਪਦਾ ਕਾਰਨ ਜੋਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਿਰਾਏ ਸਾਹਿਬ ਉਸ ਸਿੱਖ ਨੂੰ ਕਹਿੰਦੇ, ਮਹਾਰਾਜ ਕਹਿੰਦੇ ਪਿਆਰਿਆ, ਫਿਰ ਅਸੀਂ ਉਸ ਸਿੱਖ ਨੂੰ ਸਮਝਾਇਆ ਵੀ ਕੀ ਕਾਰਨ ਹੈ ਜਿਹੜਾ ਤੇਰੇ ਘਰ ਮੁੜ ਗਰੀਬੀ ਆ ਗਈ ਹੈ। ਹਾਂਜੀ, ਗੁਰ ਕੀ ਦੇਗ ਅੰਸ ਧਵ ਘਰ ਤੇ, ਲਿਆਵਤ ਚਿਰਾ ਚਿਰੀ ਜੇ ਦੋਏ। ਮਹਾਰਾਜ ਸਤਿਗੁਰਾਂ ਨੇ ਦੱਸਿਆ ਵੀ ਤੇਰੇ ਘਰ ਆਲਣਾ ਸੀ ਚਿੜੇ ਦਾ ਤੇ ਚਿੜੀ ਦਾ। ਉਹ ਆਲਣਾ ਜਿਹੜਾ ਸੀ ਉਹ ਹੁਣ ਤੇਰੇ ਘਰ ਨਹੀਂ ਰਿਹਾ। ਉਹ ਚਿੜਾ ਤੇ ਚਿੜੀ ਤੇਰੇ ਘਰ ਦੇ ਦਾਣੇ ਆਪਣੀ ਚੁੰਝ ਚ ਪਾ ਕੇ ਲਿਆ ਕੇ ਲੰਗਰ ਚ ਪਾਉਂਦੇ ਸਨ। ਸਤ ਸੰਗਤ ਅਚਵਨ ਤੇ ਜਾਨੋ, ਤੋਹੇ ਸੰਪਦਾ ਪ੍ਰਾਪਤ ਸੋਏ। ਫਿਰ ਉਹ ਜਿਹੜਾ ਲੰਗਰ ਸੀ, ਉਹ ਦਾਣੇ ਲੰਗਰ ਬਣਦਾ, ਉਹ ਲੰਗਰ ਸਤ ਸੰਗੀਆਂ ਦੇ ਮੁਖ ਵਿੱਚ ਪੈਂਦਾ, ਸਤ ਸੰਗਤ ਕਰਨ ਵਾਲੇ ਪ੍ਰੇਮੀਆਂ ਦੇ ਮੁਖ ਚ ਪੈਂਦਾ, ਨਾਮ ਜਪਣ ਵਾਲਿਆਂ ਦੇ ਮੁਖ ਚ ਪੈਂਦਾ। ਉਹਦੇ ਪ੍ਰਤਾਪ ਕਰਕੇ ਤੇਰੇ ਘਰ ਅਮੀਰੀ ਆਈ ਸੀ, ਕਹਿਣ ਲੱਗੇ। ਇਸ ਕਰਕੇ ਆਪਾਂ ਵੀ ਪ੍ਰਣ ਕਰ ਲਈਏ, ਗੁਰਮੁਖੋ ਲੰਗਰ 'ਚ ਹਿੱਸਾ ਪਾਉਣਾ ਸ਼ੁਰੂ ਕਰ ਦਈਏ। ਆਪਣੇ ਨਾਲ ਦੇ ਸਾਥੀਆਂ ਰਿਸ਼ਤੇਦਾਰਾਂ ਨੂੰ ਸਮਝਾਇਆ ਕਰੋ ਵੀ ਸ਼ਨੀਵਾਰ ਤੇ ਦਾਲ ਪਾਉਂਦੇ ਹੀ ਹੋ, ਆਖਿਆ ਪੰਡਤ ਜੀ ਦੇ, ਉਹ ਗੁਰੂ ਦੇ ਆਖਿਆ ਲੰਗਰ 'ਚ ਹਿੱਸਾ ਪਾਉਣਾ ਸ਼ੁਰੂ ਕਰ ਦਿਓ। ਹਾਂਜੀ, ਛਪਰੀ ਤੋਰ ਗਏ ਸੇ ਅਨਤੈ, ਨਹਿ ਅਬ ਕੁਨ ਕਾ ਆਵਨ ਹੋਏ। ਮਹਾਰਾਜ ਕਹਿੰਦੇ ਉੱਥੋਂ ਤੇਰੇ ਘਰ 'ਚ ਅਮੀਰੀ ਆਈ, ਤੂੰ ਨਵਾਂ ਘਰ ਬਣਾਇਆ, ਉਹ ਚਿੜਾ ਚਿੜੀ ਅੱਗੇ ਚਲੇ ਗਏ। ਹੁਣ ਤੇਰੇ ਘਰੋਂ ਲੰਗਰ ਆਉਣਾ ਬੰਦ ਹੋ ਗਿਆ। ਜਿਸ ਕੇ ਚਾਹ ਸੰਪਦਾ ਹੋਵੇ, ਸਤ ਸੰਗਤ ਭੋਜਨ ਅਚਵਾਏ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਸ ਕੇ ਚਾਹ ਸੰਪਦਾ ਹੋਵੇ। ਅਮੀਰ ਬਣਨਾ ਚਾਹੁੰਦੇ ਨਾ ਸਾਰੇ, ਚਾਹੁੰਦੇ ਵੀ ਮਾਇਆ ਬਸੋਂ ਹੱਥ ਖੁੱਲਾ ਰਵੇ। ਜਿਹਦੀ ਇਹ ਚਾਹ ਹੈ ਵੀ ਸੰਪਦਾ ਹੋਵੇ, ਮੇਰੇ ਘਰ ਵਿੱਚ ਮਾਇਆ ਆਵੇ, ਕਮੀ ਨਾ ਰਵੇ, ਮਹਾਰਾਜ ਕਹਿਣ ਲੱਗੇ ਉਹ ਸਤ ਸੰਗਤ ਨੂੰ ਭੋਜਨ ਛਕਾਉਣਾ ਸ਼ੁਰੂ ਕਰ ਦਵੇ, ਉਹ ਲੰਗਰ 'ਚ ਹਿੱਸਾ ਪਾਉਣਾ ਸ਼ੁਰੂ ਕਰ ਦਵੇ। ਹਾਂਜੀ, ਜਥਾ ਸ਼ਕਤ ਥੋਰੇ ਮਹਿ ਥੋਰੋ, ਦੇ ਕਰ ਸੇਵੈ ਪ੍ਰੇਮ ਉਪਾਏ। ਹਾਂ, ਜਥਾ ਸ਼ਕਤ ਥੋਰੋ ਮਹਿ ਥੋਰੋ। ਜਥਾ ਸ਼ਕਤ ਕਹਿੰਦੇ ਜਿੰਨੀ ਪਹੁੰਚ ਹੈ ਬੰਦੇ ਦੀ। ਮੰਨ ਲਓ ਪਹੁੰਚ ਤੁਹਾਡੀ 100 ਰੁਪਏ ਦੀ ਹੈ, ਵੀ ਤੁਸੀਂ 100 ਰੁਪਏ ਦੀ ਰਸਦ, 100 ਰੁਪਏ ਦਾ ਅੰਨ ਗੁਰੂ ਘਰ ਪਾ ਸਕਦੇ ਹੋ। ਪਰ ਜਥਾ ਸ਼ਕਤ ਥੋਰੋ ਮੈਂ ਥੋਰੋ, ਪਹੁੰਚ ਤੋਂ ਜਿੰਨੀ ਪਹੁੰਚ ਹੈ ਨਾ ਉਹਦੇ ਤੋਂ ਵੀ ਘੱਟ, ਉਹਦੇ ਤੋਂ ਵੀ ਘੱਟ ਮਹਾਰਾਜ ਕਹਿੰਦੇ ਲੰਗਰ 'ਚ ਪਾਉਣਾ ਸ਼ੁਰੂ ਕਰ ਦਿਓ। ਭਾਵ 100 ਰੁਪਏ ਦੀ ਪਹੁੰਚ ਹੈ, 10 ਰੁਪਏ ਦਾ ਪਾਉਣਾ ਸ਼ੁਰੂ ਕਰ ਦਿਓ।
100 ਰੁਪਈਆ ਦੇ ਸਕਦੇ ਤੇ, ਪਰ ਜਥਾ ਸ਼ਕਤ ਥੋਰੋ ਮੈਂ ਉਹਦੇ ਚੋਂ ਵੀ ਥੋੜਾ ਦੇ ਦਿਓ, ਉਹਦੇ ਚੋਂ ਵੀ ਥੋੜਾ ਦੇ ਦਿਓ। ਹਾਂਜੀ। ਤਿਸ ਕੇ ਜਾਏ ਸਹਾਏ ਕਰੋ, ਮੈਂ ਦਾਰਦ ਦੁਖ ਦਾ ਸਭ ਬਿਨਸਾਏ। ਧੰਨ ਗੁਰੂ ਹਰਿ ਰਾਏ ਸਾਹਿਬ 7ਵੇਂ ਪਾਤਸ਼ਾਹ ਬਚਨ ਕਰਦੇ, ਕਹਿੰਦੇ ਜਿਹੜਾ ਇਹ ਕਾਰਜ ਕਰੇਗਾ ਭਾਈ, ਜਿੱਥੇ ਸਤਸੰਗ ਹੁੰਦਾ ਉੱਥੇ ਲੰਗਰ ਲਾਏਗਾ, ਲੰਗਰ ਵਿੱਚ ਗੁਰੂ ਕੇ ਲੰਗਰਾਂ 'ਚ ਹਿੱਸਾ ਪਾਏਗਾ। ਗੁਰੂ ਹਰਿ ਰਾਏ ਸਾਹਿਬ ਕਹਿੰਦੇ ਉਹਦੀ ਸਹਾਇਤਾ ਅਸੀਂ ਆਪ ਕਰਾਂਗੇ, ਆਪ ਮਦਦ ਕਰਾਂਗੇ ਉਹਦੀ। ਸੋ ਤੂੰ ਕਰ ਅਬ ਅੰਨ ਔਰ ਧਨ, ਹੋਏ ਅਦਕ ਸੁਖ ਕੋ ਲਿਹੋ ਪਾਏ। ਮਹਾਰਾਜ ਗਰੀਬ ਨਵਾਜ ਸਤਿਗੁਰੂ ਕਹਿੰਦੇ ਪਿਆਰਿਆ, ਹੁਣ ਚਿੜਾ ਤੇ ਚਿੜੀ ਵਾਲਾ ਕੰਮ ਤੂੰ ਆਪ ਕਰਨਾ ਸ਼ੁਰੂ ਕਰ ਦੇ। ਅੱਗੇ ਤੇ ਚਿੜਾ ਚਿੜੀ ਚੁੰਝ ਚ ਪਾ ਕੇ ਲੈ ਕੇ ਆਉਂਦੇ ਸੀ, ਹੁਣ ਤੂੰ ਆਪ ਇਹ ਕੰਮ ਕਰਨਾ ਸ਼ੁਰੂ ਕਰ ਦੇ। ਆਪ ਲੰਗਰ ਵਿੱਚ ਰਸਦਾਂ ਪਾਉਣੀਆਂ ਸ਼ੁਰੂ ਕਰ ਦੇ। ਹੋਏਗਾ ਕਿ ਅੰਨ ਔਰ ਧਨ ਹੋਏ ਅਦਕ, ਸੁਖ ਕੋ ਲਿਹੋ ਪਾਏ। ਮਾਇਆ ਵੀ ਖੂਬ ਰਹੇਗੀ, ਤੇਰੇ ਘਰ 'ਚ ਅੰਨ ਵੀ ਨਹੀਂ ਮੁੱਕੇਗਾ, ਸੁੱਖ ਮਿਲੇਗਾ। ਗਿਆਨੀ ਜਸਵੰਤ ਸਿੰਘ ਇੱਥੇ ਕਥਾ ਕਰਦੇ ਰਹੇ ਲੰਮਾ ਸਮਾਂ, ਜਿਹੜੇ ਸਿੰਘ ਸਾਹਿਬ ਵੀ ਬਣੇ ਸੀ। ਹੁਣ ਵੀ ਮਹੀਨੇ 'ਚ 2 ਵਾਰੀ ਕਰਦੇ ਸਵੇਰੇ। ਉਹਨਾਂ ਨੇ ਕਈ ਸਾਲ ਪਹਿਲਾਂ ਮੈਨੂੰ ਇਹ ਗੱਲ ਸੁਣਾਈ, ਆਪਣੀ ਬੀਤੀ ਹੋਈ। ਅਸੀਂ ਉਹਨਾਂ ਦੇ ਘਰ ਦੁੱਧ ਬੈਠੇ ਸਾਂ ਤਾਂ ਦੁੱਧ ਛਕਾਇਆ ਸਾਨੂੰ ਉਹਨਾਂ ਨੇ। ਮੈਨੂੰ ਕਹਿੰਦੇ, ਨਿੱਕਿਆ ਸਾਡੇ ਘਰ ਦੁੱਧ ਨਹੀਂ ਮੁੱਕਦਾ। ਖੁਸ਼ੀ 'ਚ ਆ ਕੇ ਕਿਤੇ ਕਿਤੇ ਹੀ ਬਚਨ ਕਰਦੇ ਆ ਉਹ, ਨਹੀਂ ਤਾਂ ਉਹਨਾਂ ਦੀ ਗੱਲ ਛੇਤੀ ਆਮ ਗੱਲ ਕਰਦੇ ਸਮਝ ਨਹੀਂ ਆਉਂਦੀ। ਕਹਿੰਦੇ ਸਾਡੇ ਘਰ ਦੁੱਧ ਨਹੀਂ ਮੁੱਕਦਾ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਗੁਰਮੁਖ ਪਿਆਰੇ ਆਏ ਸਨ, ਸਿੰਘ ਜਥੇ ਸਮੇਤ ਆਏ ਸਨ। ਬਾਬਾ ਠਾਕੁਰ ਸਿੰਘ ਜੀ ਦਾ ਬਚਨ ਸੁਣਾਇਆ। ਕਹਿੰਦੇ ਦੁੱਧ ਥੋੜਾ ਸੀ, ਅਸੀਂ ਸਿੰਘ ਉਹ ਜ਼ਿਆਦਾ ਸਨ। ਕਹਿੰਦੇ ਉਹ ਨਮਸਕਾਰ ਕਰਕੇ ਮਹਾਂਪੁਰਖ ਆਏ। ਮੈਂ ਮੰਜੀ ਸਾਹਿਬ ਤੋਂ ਕਥਾ ਕਰਕੇ ਜਾ ਰਿਹਾ ਸਾਂ, ਮੈਂ ਮਹਾਂਪੁਰਖਾਂ ਨੂੰ ਕਹਿ ਬੈਠਾ ਵੀ ਘਰ ਚਰਨ ਪਾ ਦਿਓ। ਕਹਿੰਦੇ ਉਹ ਸਿੰਘ ਆ ਗਏ ਸਾਰੇ। ਦੁੱਧ ਥੋੜਾ ਸੀ, ਸਿੰਘ ਜ਼ਿਆਦਾ ਸੀ। ਕਹਿੰਦੇ ਅਸੀਂ ਸਵਾਇਆ ਦੁੱਧ ਸਾਰਿਆਂ ਨੂੰ ਦਿੱਤਾ। ਉਹ ਮਹਾਂਪੁਰਖਾਂ ਦੀ ਬਰਕਤ ਸੀ ਵੀ ਦੁੱਧ ਨਹੀਂ ਮੁੱਕਿਆ। ਪਰ ਜਦੋਂ ਸਾਰਿਆਂ ਨੂੰ ਸਮੁੰਦਰ ਛਕਾਤਾ ਨਾ ਦੁੱਧ, ਤੇ ਕਹਿੰਦੇ ਬਾਬਾ ਠਾਕੁਰ ਸਿੰਘ ਜੀ ਗੁਰਮੁਖ ਪਿਆਰੇ ਬਚਨ ਕਰਨ ਲੱਗੇ, ਸਿੰਘੋ ਅਰਦਾਸ ਕਰੋ ਗਿਆਨੀ ਦੇ ਘਰੋਂ ਦੁੱਧ ਨਾ ਮੁੱਕੇ। ਅਰਦਾਸ ਕਰੋ ਸਿੰਘੋ ਗਿਆਨੀ ਦੇ ਘਰੋਂ ਦੁੱਧ ਨਾ ਮੁੱਕੇ। ਮੈਨੂੰ ਕਹਿੰਦੇ, ਨਿੱਕਿਆ ਵੇਖ ਲੈ ਸਾਡੇ ਘਰੋਂ ਦੁੱਧ ਨਹੀਂ ਮੁੱਕਦਾ। ਕਹਿੰਦੇ ਉਸ ਦਿਨ ਤੋਂ ਬਾਅਦ ਮੇਰੇ ਘਰੋਂ ਦੁੱਧ ਨਹੀਂ ਮੁੱਕਿਆ, ਬਿਲਕੁਲ ਨਹੀਂ ਮੁੱਕਿਆ। ਕਹਿੰਦੇ ਗੁਰਮੁਖੋ, ਇਹ ਗੁਰਸਿੱਖਾਂ ਦੇ ਪ੍ਰਸ਼ਾਦਾ ਛਕਾਉਣ ਵਿੱਚ, ਗੁਰਸਿੱਖਾਂ ਨੂੰ ਜਲ ਪਾਣੀ ਛਕਾਉਣ ਵਿੱਚ, ਨਾਮ ਜਪਣ ਵਾਲਿਆਂ ਦੀ ਸੇਵਾ ਕਰਨ ਵਿੱਚ ਇੰਨੀ ਬਰਕਤ ਹੈ, ਇੰਨੀ ਬਰਕਤ ਹੈ ਜਿਹਦਾ ਬਰਕਤ ਪੁਣਾ ਬਿਆਨ ਨਹੀਂ ਜੇ ਕੀਤਾ ਜਾ ਸਕਦਾ। ਇਹ ਐਂਡਲੈਸ ਕੰਮ ਹੈ, ਇਹਦਾ ਅੰਤ ਨਹੀਂ ਹੈ। ਇਹ ਕਿੰਨੀ ਕੁ ਬਰਕਤ ਹੋਏਗੀ। ਇਹ ਮੈਂ ਤਾਂ ਤੁਹਾਡੇ ਨਾਲ ਬਚਨ ਸਾਂਝਾ ਕੀਤਾ ਵੀ ਜਿਹੜਾ ਗੁਰੂ ਹਰਿ ਰਾਏ ਸਾਹਿਬ ਜੀ ਬਚਨ ਕਰਨ ਦੇ ਉਹ ਸੱਚ ਹੈ। ਮਹਾਰਾਜ ਸਤਿਗੁਰੂ ਕਹਿੰਦੇ ਹੁਣ ਤੂੰ ਆਪ ਲੰਗਰ ਵਿੱਚ ਹਿੱਸਾ ਪਾਇਆ ਕਰ, ਸਤ ਸੰਗਤ ਨੂੰ ਛਕਾਇਆ ਕਰ, ਗਰੀਬੀ ਖੰਭ ਲਾ ਕੇ ਉੱਡ ਜੇਗੀ। ਹਾਂਜੀ। ਜਾਂ ਤੇ ਕਿਰਤ ਧਰਮ ਕੀ ਕਰ ਕੈ, ਨਿਜ ਆਹਾਰ ਤੇ ਅੰਸ਼ ਚੁਥਾਏ। ਮਹਾਰਾਜ ਕਹਿਣ ਲੱਗੇ ਧਰਮ ਦੀ ਕਿਰਤ ਕਰਕੇ। ਇਹ ਨਹੀਂ ਵੀ ਚੋਰ ਵੀ ਚੋਰੀ ਦੀ ਮਾਇਆ ਗੁਰੂ ਘਰ ਭੇਟਾ ਕਰਕੇ ਕਵੇ ਵੀ ਹੋਰ ਚੋਰੀਆਂ ਹੋਣ ਤੇ ਹੋਰ ਮੇਰੇ ਘਰ ਆਨੰਦ ਵਧੇ। ਧਰਮ ਦੀ ਕਿਰਤ ਕਰਕੇ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਧਰਮ ਦੀ ਕਿਰਤ ਕਰਕੇ ਜਿਹੜਾ ਪ੍ਰਸ਼ਾਦਾ ਪਾਣੀ ਆਉਣਾ ਉਹਦੇ ਵਿੱਚੋਂ ਅੰਸ਼ ਚੌਥਾਏ,
ਚੌਥਾ ਹਿੱਸਾ ਲੰਗਰ ਵਿੱਚ ਪਾ ਦਿਆ ਕਰ। ਜੋ ਹੋਏ ਰੰਕ ਸੋ ਅਰਪੈ ਗੁਰ ਹਿਤ, ਦਿਨ ਪ੍ਰਤ ਸੰਪਤ ਗ੍ਰਹਿ ਬਿਰਧਾਏ। ਹੁਣ ਮੰਨ ਲਓ ਮਹਾਰਾਜ ਕਹਿ ਰਹੇ ਵੀ ਤੇਰੇ ਕੋਲ ਗੁਰੂ ਘਰ ਨਾ ਆਇਆ ਜਾਵੇ, ਸੌਖਾ ਕੰਮ ਮਹਾਰਾਜ ਨੇ ਸਾਰਾ ਹੀ ਕਰਤਾ। ਭਾਈ ਜੇ ਤੇਰੇ ਕੋਲ ਗੁਰੂ ਘਰ ਨਾ ਆਇਆ ਜਾਵੇ ਤਾਂ ਫਿਰ ਕੀ ਤੂੰ ਕਰਨਾ? ਕੋਈ ਗਰੀਬ ਵਿਖੇ ਤੈਨੂੰ, ਕੋਈ ਗਰੀਬ, ਉਸ ਗਰੀਬ ਨੂੰ ਅੰਨ ਛਕਾ ਦੀ, ਮਾਇਆ ਭੇਟ ਕਰਦੀ ਗੁਰੂ ਨਿਮਿਤ, ਵੀ ਮੈਂ ਗੁਰੂ ਨੂੰ ਹੀ ਛਕਾ ਰਿਹਾ। ਮਹਾਰਾਜ ਕਹਿੰਦੇ ਤਾਂ ਵੀ ਦਿਨੋਂ ਦਿਨ ਤੇਰੀ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ। ਹੈ ਸਰੂਪ ਮੇਰੋ ਸਤ ਸੰਗਤ, ਸੋ ਅਚਵੈ ਮੁਝ ਕੋ ਪਹੁੰਚਾਏ। ਹਾਂ, ਕਹਿਣ ਲੱਗੇ ਜੇ ਤਾਂ ਸਤ ਸੰਗਤ ਦੀ ਸੇਵਾ ਕੀਤੀ ਜਾਵੇ, ਗੁਰੂ ਹਰਿਰਾਏ ਸਾਹਿਬ ਕਹਿੰਦੇ ਨਾਮ ਜਪਣ ਵਾਲੇ ਤਾਂ ਮੇਰਾ ਹੀ ਰੂਪ ਨੇ, ਮੇਰਾ ਹੀ ਰੂਪ ਨੇ। ਜੇ ਕਿਤੇ ਸਤ ਸੰਗਤ ਦੀ ਸੇਵਾ ਕੀਤੀ ਜਾਵੇ, ਉਹ ਤਾਂ ਮੇਰਾ ਹੀ ਰੂਪ ਨੇ। ਉਹਨਾਂ ਨੂੰ ਛਕਾ, ਵੇਖੀ ਦਿਨ ਬਦਲ ਜਾਣਗੇ। ਮੈਂ ਇੱਕ ਗੁਰਮੁਖਾਂ ਦੇ ਨਾਲ ਕਿਸੇ ਦੇ ਘਰ ਬੈਠਾ ਸਾਧ ਸੰਗਤ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਉਹ ਗੁਰਪੁਰਬ ਮਨਾ ਰਹੇ ਸੀਗੇ ਤੇ ਮਾਲਪੂੜੇ ਛਕਾਉਂਦੇ ਸੀ ਸੰਗਤ ਨੂੰ। ਤੋ ਉਹਨਾਂ ਦਾ ਆਪਣਾ ਦੇਸੀ ਘਿਓ ਦਾ ਕੰਮ ਸੀ। ਉਹਨਾਂ ਰਿਫਾਈਂਡ ਵਿੱਚ ਮਾਲਪੂੜੇ ਛਕਾਤੇ ਸੰਗਤ ਨੂੰ, ਰਿਫਾਈਂਡ ਵਾਲੇ। ਉਹ ਗੁਰਮੁਖ ਪਿਆਰਿਆਂ ਨੂੰ ਪਤਾ ਲੱਗਾ, ਉਹ ਬਥੇਰਾ ਕਹਿਣ, ਸਾਰਿਆਂ ਦੇ ਸਾਹਮਣੇ ਕਹਿਣ, ਵੇਖੋ ਇਹਨਾਂ ਰਿਫਾਈਂਡ ਵਰਤਿਆ ਤੇ ਇਹਨਾਂ ਦਾ ਦੇਸੀ ਘਿਓ ਦਾ ਕੰਮ ਹੈ। ਮੈਂ ਪੁੱਛ ਹੀ ਲਿਆ ਜੀ, ਮੈਂ ਕਿਹਾ ਜੀ ਕਈ ਵਾਰੀ ਮਾਇਆ ਦੀ ਕਮੀ ਹੁੰਦੀ ਹੈ, ਹੋ ਸਕਦਾ। ਉਹ ਕਹਿਣ ਲੱਗੇ ਗਿਆਨੀ ਜੀ ਮੈਂ ਇਸ ਕਰਕੇ ਨਹੀਂ ਕਹਿ ਰਿਹਾ, ਗੱਲ ਇਹ ਹੈ ਵੀ ਜਿਹੋ ਜਿਹਾ ਛਕਾਉਣਗੇ ਉਹੋ ਜਿਹਾ ਹੀ ਛਕਣਗੇ। ਜੋ ਸੰਗਤ ਨੂੰ ਛਕਾਉਣਗੇ ਉਹ ਮਿਲੇਗਾ। ਸਤ ਸੰਗਤ ਹੈ, ਗੁਰਪੁਰਬ ਮਨਾਇਆ ਜਾ ਰਿਹਾ। ਗੁਰੂ ਕੀ ਸੰਗਤ ਨੂੰ ਜਿਹੋ ਜਿਹਾ ਪਦਾਰਥ ਛਕਣਗੇ, ਇੱਥੇ ਲੋਕ ਵਿੱਚ, ਅੱਗੇ ਪਰਲੋਕ 'ਚ ਉਹੋ ਜਿਹਾ ਹੀ ਛਕਣਗੇ। ਸੋ ਮਹਾਰਾਜ ਸਤਿਗੁਰੂ ਕਹਿੰਦੇ ਸਤ ਸੰਗਤ ਤਾਂ ਭਾਈ ਸਾਡਾ ਹੀ ਰੂਪ ਹੈ। ਹਲਤ ਪਲਤ ਸੁਧਰੈ ਤਿਸ ਸਿੱਖ ਕੇ, ਕਰ ਭੋਜਨ ਕੋ ਸਿੱਖ ਅਚਵਾਏ। ਤੇ ਜੇ ਕੋਈ ਗੁਰਸਿੱਖਾਂ ਨੂੰ ਭੋਜਨ ਛਕਾਉਂਦਾ ਹੈ, ਮਹਾਰਾਜ ਕਹਿੰਦੇ ਉਹ ਅਸੀਂ ਛਕਦੇ ਹਾਂ, ਲੋਕ ਪਰਲੋਕ ਵਿੱਚ ਉਹਦਾ ਭਲਾ ਹੋ ਜਾਂਦਾ ਹੈ। ਸਭਾ ਬਿਖੈ ਗੁਰ ਸਬਨ ਸੁਨਾਈ, ਕਰੋ ਸਦਾ ਇਸ ਬਿਦ ਕੀ ਕਾਰ। ਧੰਨ ਧੰਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਸਾਰੀ ਸੰਗਤ ਨੂੰ ਹੀ ਕਹਿਣ ਲੱਗੇ, ਭਾਈ ਮਾਇਆ ਨਾਲ ਨਹੀਂ ਸੇਵਾ ਹੁੰਦੀ, ਘਰੋਂ ਅੰਨ ਹੀ ਲਿਆਉਣਾ ਸ਼ੁਰੂ ਕਰ ਦਿਓ, ਲੰਗਰ ਲਾਉਣਾ ਸ਼ੁਰੂ ਕਰ ਦਿਓ, ਸਾਰੇ ਇਹ ਕਾਰਜ ਕਰਿਆ ਕਰੋ। ਜੋ ਮੁਝ ਅਰਪੈ ਸ਼ਰਧਾ ਔਰ ਧਰ, ਹੋਏ ਸਹੰਸ ਗੁਨਾ ਵਿਸਥਾਰ। ਜਿਹੜਾ ਪ੍ਰੀਤੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਨੂੰ ਇਹ ਭੇਟਾ ਕਰੇਗਾ, ਹੋਏ ਸਹੰਸ ਗੁਨਾ ਵਿਸਥਾਰ, 100 ਗੁਣਾ ਵੱਧ ਵਧੇਗਾ। ਕਹਿੰਦੇ ਨਾ ਇੱਕ ਧਰਤੀ ਹੈ ਜਿੱਥੇ ਬੀਜ ਪਾਓ, ਹਾਂਜੀ, ਫਿਰ ਬਾਅਦ ਵਿੱਚ ਵਾਢੀ ਕਰ ਲਓ, ਫਿਰ ਉਹਦੀ ਤਾਕਤ ਹੁੰਦੀ ਆ ਵੀ 7 ਵਾਰੀ ਬੀਜ ਪਾਓ, 7 ਗੁਣਾ ਫਲ ਮਿਲਦਾ। ਸਤ ਸੰਗਤ ਗੁਰਸਿੱਖਾਂ ਦੀ ਸਤ ਸੰਗਤ ਇਹੋ ਜੀ ਧਰਤੀ ਹੈ, ਤੁਸੀਂ ਇੱਥੇ ਇੱਕ ਬੀਜ ਪਾਓਗੇ 100 ਗੁਣਾ ਵੱਧ ਫਲ ਮਿਲੇਗਾ ਗੁਰਮੁਖੋ ਤੁਹਾਨੂੰ। ਇਹ ਇਹੋ ਜੀ ਧਰਤੀ ਹੈ। ਮਹਾਰਾਜ ਕਹਿੰਦੇ ਉਹਦਾ ਫਲ 100 ਗੁਣਾ ਹੋ ਕੇ ਵਧੇਗਾ। ਥੋਰੋ ਬਹੁਤ ਵਿਚਾਰ ਨ ਕਾਈ, ਜਥਾ ਸ਼ਕਤ ਅਰ ਪ੍ਰੇਮ ਮਝਾਰ। ਇਹ ਨਾ ਵਿਚਾਰ ਕਰਿਓ ਥੋੜਾ ਹੈ ਬਹੁਤਾ ਹੈ, ਨਹੀਂ, ਜਿੰਨੀ ਤੁਹਾਡੀ ਪਹੁੰਚ ਹੈ, ਜਿੰਨੀ ਤੁਹਾਡੀ ਪਹੁੰਚ ਹੈ ਓਨਾ ਹੀ ਪ੍ਰੇਮ ਨਾਲ ਭੇਟਾ ਕਰ ਦਿਓ। ਇਸ ਮੈਂ ਭਲੋ ਆਪਨੋ ਜਾਣੈ, ਤੇ ਪ੍ਰਾਪਤ ਜਿਹ ਭਾਗ ਉਦਾਰ। ਭਾਈ ਇਹਦੇ ਵਿੱਚ ਤੁਹਾਡਾ ਭਲਾ ਹੈ। ਇਹ ਗੱਲ ਸੁਣ ਕੇ ਉਹ ਬੰਦਾ
ਇਹਨੂੰ ਆਪਣਾ ਭਲਾ ਮੰਨੇਗਾ ਜਿਹਦੇ ਭਾਗ ਜਾਗਣਗੇ। ਸੁਨ ਕੈ ਸਭਾ ਧਰੀ ਔਰ ਸ਼ਰਧਾ ਧੰਨ ਧੰਨ ਸਤਿਗੁਰ ਹਰਿ ਰਾਏ। ਸੁਣ ਕੇ ਸਾਰੀ ਸੰਗਤ ਨੇ ਸ਼ਰਧਾ ਧਾਰਨ ਕੀਤੀ ਤੇ ਸੰਗਤ ਕਹਿੰਦੀ ਧੰਨ ਗੁਰੂ ਹਰਿ ਰਾਏ ਸਾਹਿਬ। ਤੁਸੀਂ ਵੀ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਮਹਾਰਾਜ ਨੇ ਕਿੰਨਾ ਸੌਖਾ ਰਸਤਾ ਦੱਸ ਦਿੱਤਾ। ਹਾਂਜੀ, ਜੇ ਕਰ ਅਰਪੈ ਅਲਪ ਭਾਉ ਜੁਤ ਤਿਸ ਕੋ ਦੇਦ ਸਮ੍ਰਿੱਧ ਬਨਾਏ। ਸੋ ਜੇ ਕੋਈ ਥੋੜਾ ਵੀ ਦਿੰਦਾ ਗੁਰੂ ਹਰਿ ਰਾਏ ਸਾਹਿਬ ਉਹਨੂੰ ਅਮੀਰ ਕਰ ਦਿੰਦੇ। ਜਥਾ ਸ਼ਕਤ ਤਬ ਗੁਰ ਕੇ ਲੰਗਰ ਲਿਆਵਤ ਹੈ ਬਹੁ ਚਿਤ ਕਰ ਚਾਏ। ਗੁਰਸਿੱਖ ਬੜੇ ਚਿੱਤ ਦੇ ਚਾਅ ਨਾਲ ਗੁਰੂ ਕੇ ਲੰਗਰਾਂ ਚ ਮਾਇਆ ਲਿਆਉਣ ਲੱਗੇ। ਥੋਰੇ ਦੇਨ ਲੇਨ ਅਤ ਬਹੁਤੋ ਅਸ ਵਿਵਹਾਰ ਤਜਿਓ ਕਿ ਮਜਾਏ। ਸੋ ਭਾਈ ਥੋੜਾ ਦਿੱਤਿਆਂ ਬਹੁਤਾ ਮਿਲਦਾ ਹੋਵੇ ਕੌਣ ਇਹ ਗੱਲ ਛੱਡੇਗਾ। ਲਾਭ ਹੀ ਲਾਭ, ਫਾਇਦਾ ਹੀ ਫਾਇਦਾ। ਸੋ ਇਹ ਅੱਜ ਦੀ ਕਥਾ, ਇਹਦੇ ਤੋਂ ਅੱਗੇ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ।